ਵਾਹਿਗੁਰੂ। ਚਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਕੈ। ਲੋਚਨ ਅਮੋਲ ਗੁਰ ਦਰਸ਼ ਅਮੋਲ ਦੇਖੇ, ਸ਼ਰਵਨ ਅਮੋਲ ਗੁਰ ਬਚਨ ਧਰਨ ਕੈ। ਨਾਸਕਾ ਅਮੋਲ ਚਰਨਾਰ ਬਿੰਦ ਵਾਸਨਾ ਕੈ। ਰਸਨਾ ਅਮੋਲ ਗੁਰ ਮੰਤਰ ਸਿਮਰਨ ਕੈ। ਹਸਤ ਅਮੋਲ ਗੁਰਦੇਵ ਸੇਵ ਕੈ ਸਫਲ। ਚਰਨ ਅਮੋਲ ਪਰ ਦਛਨਾ ਕਰਨ ਕੈ। ਹਸਤ ਅਮੋਲ ਗੁਰਦੇਵ ਸੇਵ ਕੈ ਸਫਲ। ਚਰਨ ਅਮੋਲ ਪਰ ਦਛਨਾ ਕਰਨ ਕੈ। ਸੱਜਣ ਸੱਚਾ ਪਾਤਸ਼ਾਹੁ, ਸਿਰਸਾ ਲੈ ਕਾਹੂ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮਧਿਮਾ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੀ ਖਪਹਿ ਖਪਾਹੀ। ਅੰਤਰ ਅਗਿਆਨ ਭਈ ਮਤ ਮਧਿਮਾ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੀ ਖਪਹਿ ਖਪਾਹੀ। ਸਤਿਗੁਰ ਕਾ ਭਾਣਾ ਚਿਤ ਨ ਆਵੈ, ਆਪਣੈ ਸੁਆਈ ਫਿਰਾਹੀ। ਕਿਰਪਾ ਕਰੇ ਜੇ ਆਪਣੀ, ਤਾ ਨਾਨਕ ਸ਼ਬਦ ਸਮਾਹੀ। ਮਹੱਲਾ ਚੌਥਾ। ਮਨ ਮੁਖ ਮਾਇਆ ਮੋਹਿ ਵਿਆਪੀ, ਦੂਜਾ ਭਾਏ ਮਨੁਆ ਥਿਰ ਨਾਹੀ। ਅਨ ਦਿਨ ਜਲਤ ਰਹੇ ਦਿਨ ਰਾਤੀ, ਹਉ ਮੈਂ ਖਪਹਿ ਖਪਾਹੀ। ਅੰਤਰ ਲੋਭ ਮਹਾ ਗੁਬਾਰਾ, ਤਿਨ ਕਾ ਨਿਕਟ ਨਾ ਕੋਈ ਜਾਹੇ। ਓਏ ਆਪ ਦੁਖੀ ਸੁਖ ਕਬਹੂ ਨਾ ਪਾਵਾਹੇ। ਜਨਮ ਮਰਹਿ ਮਰ ਜਾਹੇ, ਨਾਨਕ ਬਖਸ਼ ਲਏ ਪ੍ਰਭ ਸਾਚਾ। ਜੇ ਗੁਰ ਚਰਣੀ ਚਿਤ ਲਾਹੇ, ਪੌੜੀ ਸੰਤ ਭਗਤ ਪਰਵਾਣ
ਜੋ ਪ੍ਰਭ ਭਾਇਆ ਸੇਈ ਬੇਚਖਣ ਜੰਤ ਜਿਨੀ ਹਰਿ ਧਿਆਇਆ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰਾ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ ਸੰਤ ਜਨਾ ਕੀ ਧੂਰਾ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਨ ਰਹਿਬਰੇ ਕੁਲ ਆਲਮ ਸ਼ਬਦ ਗੁਰੂ ਬਾਣੀ ਕੇ ਬੋਹਿਤ ਹਲਤ ਪਲਤ ਕੇ ਰਖਿਅਕ ਕਲਯੁਗ ਦੇ ਜਹਾਜ਼ ਗਿਆਨ ਦੇ ਮੁਜਸਮੇ ਗੁਰਤਾ ਗੱਦੀ ਦੇ ਉੱਪਰ ਸੁਭਾਇਮਾਨ ਅਸਬਾਬ-ਏ ਪਾਤਸ਼ਾਹੀ ਦੇ ਹਜ਼ੂਰ ਵਿਸ਼ਵ ਮਨੁੱਖਤਾ ਦੀ ਇਕਲੌਤੀ ਆਸ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਮੁਕੱਦਸ ਬਾਰਗਾਹ ਦੇ ਅੰਦਰ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੁਸ਼ੋਭਿਤ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਗੁਰੂ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਕਿ ਆਪਣੀ ਮੁਕੱਦਸ ਬਾਰਗਾਹ ਦੇ ਅੰਦਰ ਬੈਠਣ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਵਿਚਾਰਾਂ ਤੋਂ ਪ੍ਰਥਮ ਆਓ ਸਤਿਗੁਰੂ ਜੀ ਦੇ ਪਾਵਨ ਬਚਨਾਂ ਦਾ ਜਾਪ ਕਰੀਏ। ਅਦਬ ਅਤੇ ਸਤਿਕਾਰ ਦੇ ਨਾਲ ਦੋਵੇਂ ਹੱਥ ਜੋੜ ਕੇ ਸ਼ੀਸ਼ ਝੁਕਾ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਦੁਬਾਰਾ ਬਖਸ਼ਿਸ਼ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਜਦੋਂ ਅਸੀਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਨੂੰ ਪੜ੍ਹਦੇ ਹਾਂ ਤੇ ਉਹਨਾਂ ਗਜ਼ਲਾਂ ਦੇ ਵਿੱਚ ਬੜਾ ਕਮਾਲ ਦਾ ਇੱਕ ਜ਼ਿਕਰ ਕੀਤਾ ਹੋਇਆ ਇੱਕ ਸ਼ੇਰ ਦੇ ਵਿੱਚ ਭਾਈ ਸਾਹਿਬ ਜੀ ਨੇ। ਭਾਈ ਸਾਹਿਬ ਜੀ ਕਹਿੰਦੇ ਨੇ ਕਿ ਮਨੁੱਖ ਭਾਵੇਂ ਸਾਰੀ ਜ਼ਿੰਦਗੀ ਕਦਮ ਦਰ ਕਦਮ ਸਫ਼ਰ ਦਰ ਸਫ਼ਰ ਚੱਲਦਾ ਰਹਿੰਦਾ ਹੈ, ਲੇਕਿਨ ਇਹਦਾ ਚੱਲਣਾ ਉਹੀ ਮੁਬਾਰਕ ਹੁੰਦਾ ਹੈ ਜਿਹੜੇ ਕਦਮ ਚੱਲ ਕੇ ਸਤਿਗੁਰੂ ਦੇ ਦਰ ਦੇ ਉੱਪਰ ਆਉਂਦੇ ਨੇ। ਭਾਈ ਸਾਹਿਬ ਜੀ ਕਹਿੰਦੇ ਮਨੁੱਖ ਭਾਵੇਂ ਜਦੋਂ ਸੁਰਤ ਸੰਭਾਲ ਲੈਂਦਾ ਉਦੋਂ ਤੋਂ ਇਹ ਆਪਣੀ ਰਸਨਾ ਦੇ ਦੁਆਰਾ ਆਪਣੀ ਜੀਭਾ ਦੇ ਦੁਆਰਾ ਬੋਲਣਾ ਸ਼ੁਰੂ ਕਰ ਦਿੰਦਾ ਹੈ, ਆਪਣੀ ਭਾਵਨਾ ਨੂੰ ਸ਼ਬਦਾਂ ਦੇ ਨਾਲ ਵਿਅਕਤ ਕਰਨਾ ਸ਼ੁਰੂ ਕਰ ਦਿੰਦਾ ਹੈ, ਆਪਣੀ ਵਿਅਥਾ ਨੂੰ ਬੋਲਾਂ ਦੇ ਰਾਹੀਂ ਵਿਆਖਿਆਨ ਕਰਨਾ ਸ਼ੁਰੂ ਕਰ ਦਿੰਦਾ ਹੈ। ਪਰ ਭਾਈ ਸਾਹਿਬ ਜੀ ਕਹਿੰਦੇ ਬੋਲ ਉਹੀ ਪਵਿੱਤਰ ਨੇ, ਬੋਲ ਉਹੀ ਮਹੱਤਵਪੂਰਨ ਨੇ ਜਿਹੜੇ ਉਸ ਪਿਆਰੇ ਦੀ ਯਾਦ ਦੇ ਵਿੱਚ ਕਹੇ ਗਏ ਹੋਣ।
ਬੋਲ ਉਹੀ ਮਹੱਤਵਪੂਰਨ ਨੇ ਜਿਹੜੇ ਸੱਚ ਦੇ ਹੋਣ, ਸੱਚ ਦੇ ਜਿਹੜੇ ਅਲਫਾਜ਼ ਹੋਣ। ਭਾਈ ਨੰਦ ਲਾਲ ਸਾਹਿਬ ਸਾਧ ਸੰਗਤ ਜੀ ਉਹ ਮਹਾਨ ਵਿਭੂਤੀ ਨੇ ਜਿਨ੍ਹਾਂ ਨੂੰ ਬਹਾਦਰ ਸ਼ਾਹ ਦੇ ਦਰਬਾਰ ਦੇ ਵਿੱਚ ਮੀਰ ਮੁਨਸ਼ੀ ਹੋਣ ਦਾ ਅਹੁਦਾ ਪ੍ਰਾਪਤ ਹੋਇਆ। ਤੇ ਇੱਕ ਵਾਰ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਕੁਰਾਨ ਦੀ ਕਿਸੇ ਆਇਤ ਦੀ ਵਿਆਖਿਆ ਕਰਨੀ ਸੀ। ਬਹੁਤ ਸਾਰੇ ਆਲਮ ਫਾਜ਼ਲ ਆਪਣਾ ਜ਼ੋਰ ਲਗਾ ਗਏ ਪਰ ਗੱਲ ਨਹੀਂ ਬਣੀ। ਬਹਾਦਰ ਸ਼ਾਹ ਜਦੋਂ ਆਪਣੇ ਦਰਬਾਰ ਦੇ ਵਿੱਚ ਆਇਆ ਤੇ ਇਹਨਾਂ ਨੇ ਭਾਈ ਨੰਦ ਲਾਲ ਜੀ ਨੂੰ ਕਿਹਾ ਕਿ ਇਸ ਆਇਤ ਦੀ ਵਿਆਖਿਆ ਕੀਤੀ ਜਾਵੇ, ਤੇ ਭਾਈ ਨੰਦ ਲਾਲ ਜੀ ਨੇ ਬੜੀ ਕਮਾਲ ਦੀ ਵਿਆਖਿਆ ਕੀਤੀ। ਜਦੋਂ ਇਹ ਵਿਆਖਿਆ ਭਾਈ ਨੰਦ ਲਾਲ ਜੀ ਦੀ ਬਹਾਦਰ ਸ਼ਾਹ ਨੇ ਜਾ ਕੇ ਔਰੰਗਜ਼ੇਬ ਨੂੰ ਸੁਣਾਈ ਤੇ ਔਰੰਗਜ਼ੇਬ ਕਹਿਣ ਲੱਗਾ ਜੀ ਇਹ ਪ੍ਰਾਣੀ ਹੈ ਕੌਣ? ਬਹਾਦਰ ਸ਼ਾਹ ਕਹਿਣ ਲੱਗਾ ਇਹ ਜੀ ਇੱਕ ਸਨਾਤਨੀ ਹਿੰਦੂ ਹੈ। ਔਰੰਗਜ਼ੇਬ ਕਹਿਣ ਲੱਗਾ ਇੰਨਾ ਆਲਮ ਫਾਜ਼ਲ ਕਾਫਰ ਸਾਡੇ ਮਜ਼ਹਬ ਦੇ ਵਿੱਚ ਕਿਉਂ ਨਹੀਂ? ਇਹ ਗੱਲ ਆ ਕੇ ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਸਾਹਿਬ ਨੂੰ ਕਹੀ। ਭਾਈ ਨੰਦ ਲਾਲ ਸਾਹਿਬ ਨੇ ਜਦੋਂ ਇਹ ਗੱਲ ਸੁਣੀ ਤੇ ਉਹ ਬੜੇ ਵਿਆਕੁਲ ਹੋ ਉਠੇ ਕਿ ਇੱਥੇ ਵਿੱਦਿਆ ਦਾ ਕੋਈ ਸਨਮਾਨ ਨਹੀਂ, ਇੱਥੇ ਧਰਮ ਦੇ ਆਧਾਰ ਦੇ ਉੱਪਰ ਜਿਹੜਾ ਹੈ ਉਹ ਵਿਆਖਿਆ ਕੀਤੀ ਜਾਂਦੀ ਹੈ ਮਨੁੱਖ ਦੀ। ਸੋ ਭਾਈ ਸਾਹਿਬ ਜੀ ਫਿਰ ਆਨੰਦਪੁਰ ਸਾਹਿਬ ਆ ਜਾਂਦੇ ਆ, ਗੁਰੂ ਸਾਹਿਬ ਜੀ ਦੇ ਦਰ ਦੇ ਉੱਪਰ ਬੜੀ ਸੇਵਾ ਕਰਦੇ ਆ, ਬੜੀ ਬਖਸ਼ਿਸ਼ ਇਹਨਾਂ ਦੇ ਉੱਪਰ ਹੁੰਦੀ ਹੈ। ਇੱਕ ਵਾਰ ਕੀ ਹੁੰਦਾ, ਫਿਰ ਅਸੀਂ ਹੁਕਮਨਾਮੇ ਦੀ ਵਿਆਖਿਆ ਵਾਲੇ ਪਾਸੇ ਆਉਂਦੇ ਹਾਂ। ਕੇਵਲ 1 ਮਿੰਟ ਦੇ ਵਿੱਚ ਮੈਂ ਇਹ ਗੱਲ ਕਹਿ ਦਿਆਂਗਾ। ਭਾਈ ਨੰਦ ਲਾਲ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਆਨੰਦਪੁਰ ਸਾਹਿਬ ਸਾਧ ਸੰਗਤ ਜੀ ਸੇਵਾ ਕਰ ਰਹੇ ਨੇ ਬਰਤਨਾਂ ਦੀ, ਤੇ ਮੁਲਤਾਨ ਤੋਂ ਇਹਨਾਂ ਨੂੰ ਮਿਲਣ ਦੇ ਲਈ ਇਹਨਾਂ ਦੇ ਪਰਿਵਾਰਕ ਕੁਝ ਬਜ਼ੁਰਗ ਮੈਂਬਰ ਪਹੁੰਚੇ ਨੇ। ਜਦੋਂ ਉਹ ਆਏ ਉਹਨਾਂ ਤੱਕਿਆ ਭਾਈ ਨੰਦ ਲਾਲ ਸਾਹਿਬ ਬਰਤਨਾਂ ਦੀ ਸੇਵਾ ਕਰ ਰਹੇ ਨੇ। ਉਹਨਾਂ ਦੇ ਪਿਆਰੇ ਵਸਤਰਾਂ ਦੇ ਉੱਪਰ ਬਰਤਨਾਂ ਦੀ ਜੂਠ ਦੇ ਛਿੱਟੇ ਪਏ ਹੋਏ ਨੇ। ਤੇ ਇੱਕ ਬਜ਼ੁਰਗ ਕਹਿਣ ਲੱਗਾ ਨੰਦ ਲਾਲ ਤੂੰ ਇੰਨਾ ਆਲਮ ਫਾਜ਼ਲ, ਉਹ ਆਪਣੀ ਹਾਲਤ ਕੀ ਕੀਤੀ ਹੋਈ ਹੈ? ਤੂੰ ਇੰਨਾ ਆਲਮ ਫਾਜ਼ਲ ਤੇ ਇੱਥੇ ਆ ਕੇ ਤੂੰ ਭਾਂਡੇ ਮਾਂਜਦਾ ਪਿਆ? ਤੇ ਭਾਈ ਨੰਦ ਲਾਲ ਸਾਹਿਬ ਨੇ ਹੱਥ ਜੋੜੇ ਤੇ ਕਹਿਣ ਲੱਗੇ ਬਜ਼ੁਰਗੋ ਜੇਕਰ ਮੈਨੂੰ ਸ੍ਰਿਸ਼ਟੀ ਦਾ ਰਾਜ ਵੀ ਮਿਲਦਾ ਹੋਵੇ ਨਾ, ਮੈਂ ਉਹਨੂੰ ਵੀ ਠੁਕਰਾ ਦਿਆਂ, ਪਰ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰ ਦੇ ਬਰਤਨਾਂ ਦੀ ਸੇਵਾ ਨੂੰ ਨਹੀਂ ਠੁਕਰਾ ਸਕਦਾ। ਭਾਈ ਨੰਦ ਲਾਲ ਸਾਹਿਬ ਇਹ ਗੱਲ ਕਹਿੰਦੇ ਜ਼ਾਲਮ ਦੇ ਨਾਲ ਤਖਤ ਨਸ਼ੀਨ ਹੋਣ ਦੇ ਨਾਲੋਂ ਕਿਸੇ ਆਲਮ ਫਾਜ਼ਲ ਦੇ ਨਾਲ ਜ਼ਮੀਨ ਨਸ਼ੀਨ ਤੇ ਹੋ ਕੇ ਜ਼ਮੀਨ ਦੇ ਉੱਪਰ ਵੀ ਬੈਠ ਜਾਈਏ ਤੇ ਉਹ ਵੀ ਬੜਾ ਮਹੱਤਵਪੂਰਨ ਹੁੰਦਾ। ਇਹ ਅਜਿਹੇ ਸਨ ਭਾਈ ਨੰਦ ਲਾਲ ਸਾਹਿਬ। ਉਹਨਾਂ ਨੇ ਇਹ ਗੱਲ ਕੀਤੀ, ਕਹਿਣ ਲੱਗੇ ਕਦਮਾਂ ਬੇ ਕਿ ਦਰ ਰਾਹੇ ਖੁਦਾ ਪੈਮੂਦਾ ਮੇ ਬਾਸ਼ਦ। ਕਦਮਾਂ ਬੇ ਦਾ ਭਾਵ ਕਿ ਕਦਮ ਉਹ ਬਿਹਤਰ ਨੇ ਜਿਹੜੇ ਖੁਦਾ ਦੇ ਦਰ ਦੇ ਉੱਪਰ ਚੱਲ ਕੇ ਜਾਂਦੇ ਨੇ। ਕਦਮਾਂ ਬੇ ਕਿ ਦਰ ਰਾਹੇ ਖੁਦਾ ਪੈਮੂਦਾ ਮੇ ਬਾਸ਼ਦ, ਜ਼ੁਬਾਨੇ ਬੇ ਕਿ ਦਰ ਜ਼ਿਕਰ ਖੁਦਾ ਅਸੂਦਾ ਮੇ ਬਾਸ਼ਦ। ਕਹਿਣ ਲੱਗੇ ਕਦਮ ਉਹ ਬਿਹਤਰ ਨੇ ਜਿਹੜੇ ਚੱਲ ਕੇ ਖੁਦਾ ਦੇ ਦਰ ਦੇ ਉੱਪਰ ਜਾਂਦੇ, ਭਾਵੇਂ ਸਾਰੀ ਜ਼ਿੰਦਗੀ ਚੱਲਦੇ ਰਹੋ ਉਹ ਵੀ ਵਿਅਰਥ ਹੈ, ਪਰ ਜੇਕਰ ਗੁਰੂ ਦੇ ਦਰ ਦੇ ਉੱਪਰ ਕਦਮ ਚੱਲਦੇ ਨੇ ਮਹੱਤਵਪੂਰਨ ਉਹ ਨੇ। ਜ਼ੁਬਾਨੇ ਬੇ, ਜ਼ੁਬਾਨ ਉਹ ਬਿਹਤਰ ਹੈ ਜਿਹੜੀ ਜ਼ੁਬਾਨ ਦੇ ਉੱਪਰੋਂ ਉਸ ਪਰਮਾਤਮਾ ਦੀ ਬੰਦਗੀ ਹੁੰਦੀ ਹੈ, ਜਿਹੜੀ ਜ਼ੁਬਾਨ ਦੇ ਨਾਲ ਉਸ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ। ਸੋ ਅੱਜ ਅਸੀਂ ਇਸ ਪਵਿੱਤਰ ਮੁਬਾਰਕ ਦਰ ਦੇ ਉੱਪਰ ਬੈਠੇ ਹਾਂ। ਉਹ ਪਵਿੱਤਰ ਕਦਮਾਂ ਦੇ ਨਾਲ ਚੱਲ ਕੇ ਤੁਸੀਂ ਗੁਰੂ ਦੇ ਦਰ ਦੇ ਉੱਪਰ ਆਏ ਹੋ ਤੇ ਇਸ ਜੀਵਾ ਦੇ ਰਾਹੀਂ ਉਸ ਪਰਮਾਤਮਾ ਦੇ ਮੁਕੱਦਸ ਗੁਣਾਂ ਦਾ ਅਸੀਂ ਜਾਪ ਕਰ ਰਹੇ ਹਾਂ। ਆਓ ਹੁਕਮਨਾਮਾ ਸਾਹਿਬ ਜੀ ਦੀ ਵਿਆਖਿਆ ਦੀ ਸ਼ੁਰੂਆਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਚੌਥਾ। ਇਹ ਜਿਹੜਾ ਪਾਵਨ ਹੁਕਮ ਅੱਜ ਅਸੀਂ ਸਾਰਿਆਂ ਨੇ ਸ਼ਰਵਣ ਕੀਤਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 652 ਅਤੇ 53 ਦੇ ਉੱਪਰ ਸੁਭਾਇਮਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 22 ਵਾਰਾਂ ਦਰਜ ਨੇ। ਉਹਨਾਂ ਹੀ ਵਾਰਾਂ ਦੇ ਵਿੱਚੋਂ ਰਾਗ ਸੋਰਠ ਵਾਰ ਮਹੱਲੇ ਚੌਥੇ ਕੀ ਇਸ ਸਰਲੇਖ ਦੇ ਅਧੀਨ ਇਹ ਜਿਹੜੀ ਬਾਣੀ ਹੈ। ਸੰਗਤ ਜੀ ਜਿਹੜੀ ਵਾਰ ਹੈ ਨਾ, ਇਹਦਾ ਇਤਿਹਾਸ ਵੀ ਬੜਾ ਕਮਾਲ ਦਾ ਹੈ। ਵਾਰ ਇੱਕ ਪੰਜਾਬੀ ਕਾਵਿ ਰੂਪ ਹੈ ਔਰ ਵਾਰ ਉਹ ਹੁੰਦੀ ਹੈ ਜਿਸ ਦੇ ਵਿੱਚ ਪੌੜੀਆਂ ਦੇ ਦੁਆਰਾ ਕਿਸੇ ਯੁੱਧ ਦੀ ਕਥਾ ਨੂੰ, ਕਿਸੇ ਜੰਗ ਦੀ ਕਥਾ ਨੂੰ ਬਿਆਨ ਕੀਤਾ ਜਾਂਦਾ ਹੈ। ਔਰ ਵਾਰ ਦੇ ਵਿੱਚ ਪੌੜੀ ਉਹ ਲਾਜ਼ਮੀ ਚਰਨ ਪ੍ਰਬੰਧ ਹੈ
ਜਿਹਦੇ ਤੋਂ ਬਿਨਾ ਵਾਰ ਮੁਕੰਮਲ ਹੋ ਹੀ ਨਹੀਂ ਸਕਦੀ, ਭਾਵੇਂ ਉਹਦੇ ਵਿੱਚ ਜਿੰਨੀ ਵੀ ਮਹੱਤਵਪੂਰਨ ਯੁੱਧ ਦੀ ਗੱਲ ਹੋਵੇ, ਜਿੰਨੀ ਵੀ ਯੋਧਿਆਂ ਦੀ ਗੱਲ ਹੋਵੇ, ਜਿੰਨੀ ਦੇਰ ਉਹਦੇ ਵਿੱਚ ਪੌੜੀ ਨਹੀਂ ਹੁੰਦੀ ਓਨੀ ਦੇਰ ਵਾਰ ਜਿਹੜੀ ਹੈ ਉਹ ਕੰਪਲੀਟ ਨਹੀਂ ਹੁੰਦੀ। ਕੁਝ ਵਿਦਵਾਨ ਤਾਂ ਇਹ ਵੀ ਕਹਿੰਦੇ ਆ ਕਿ ਜਿਹੜੀ ਪੌੜੀ ਹੈ ਉਹ ਸਰੀਰ ਹੈ ਤੇ ਜਿਹੜੀ ਉਹਦੇ ਵਿੱਚ ਯੁੱਧ ਦੀ ਗਾਥਾ ਹੈ ਉਹ ਰੂਹ ਹੈ। ਜਦੋਂ ਯੁੱਧ ਦੀ ਗਾਥਾ ਤੇ ਪੌੜੀ ਇਹਨਾਂ ਦੋਵਾਂ ਦਾ ਸੁਮੇਲ ਹੁੰਦਾ ਹੈ ਤੇ ਫਿਰ ਉਹਦੇ ਵਿੱਚੋਂ ਵਾਰ ਉਤਪੰਨ ਹੁੰਦੀ ਹੈ। ਤੇ ਗੁਰੂ ਸਾਹਿਬ ਜੀ ਨੇ ਵੇਖਿਆ ਕਿ ਵਾਰਾਂ ਤੇ ਮਨੁੱਖਾਂ ਦੀਆਂ ਗਾਈਆਂ ਜਾਂਦੀਆਂ, ਮਨੁੱਖਾਂ ਦੀ ਉਸਤਤ ਦੇ ਵਿੱਚ ਗਾਈਆਂ ਜਾਂਦੀਆਂ। ਗੁਰੂ ਸਾਹਿਬ ਨੇ ਕਿਹਾ ਕਿ ਵਾਰ ਦਾ ਜੇਕਰ ਗਾਇਨ ਕਰਨਾ ਹੈ ਤੇ ਉਸ ਅਕਾਲ ਪੁਰਖ ਦੀ ਸਤੁਤੀ ਦੇ ਵਿੱਚ ਕਰਨਾ ਚਾਹੀਦਾ ਹੈ। ਸੋ ਗੁਰੂ ਸਾਹਿਬ ਜੀ ਨੇ ਫਿਰ ਇਹ ਵਾਰਾਂ ਦਾ ਅਧਿਆਤਮਕ ਰੰਗ ਜਿਹੜਾ ਹੈ ਉਹ ਦਿੱਤਾ। ਸਾਡੇ ਢਾਡੀ ਸਿੰਘ ਬੜੀਆਂ ਕਮਾਲ ਦੀਆਂ ਵਾਰਾਂ ਗਾਉਂਦੇ ਨੇ, ਉਹਦੇ ਨਾਲ ਵੀਰ ਰਸ ਆਉਂਦਾ ਹੈ। ਸੋ ਗੁਰੂ ਸਾਹਿਬ ਜੀ ਨੇ ਇਹ ਵਾਰ ਪ੍ਰਬੰਧ ਜਿਹੜਾ ਇਸ ਤਰ੍ਹਾਂ ਸਾਜਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 22 ਵਾਰਾਂ ਨੇ, ਜਿਹਦੇ ਵਿੱਚ ਜਿਹੜੀਆਂ 20 ਵਾਰਾਂ ਨੇ ਉਹਦੇ ਵਿੱਚ ਪੌੜੀਆਂ ਦੀ ਸ਼ੁਮਾਰ ਹੈਗੀ ਹੈ, ਉਹਦੇ ਵਿੱਚ ਪੌੜੀਆਂ ਸੰਮਿਲਿਤ ਨੇ। 2 ਵਾਰਾਂ ਅਜਿਹੀਆਂ ਨੇ ਜਿਨ੍ਹਾਂ ਦੇ ਵਿੱਚ 20 ਵਾਰਾਂ ਅਜਿਹੀਆਂ ਜਿਨ੍ਹਾਂ ਦੇ ਵਿੱਚ ਸ਼ਲੋਕ ਵੀ ਨੇ ਤੇ ਪੌੜੀਆਂ ਵੀ ਨੇ, ਤੇ 2 ਵਾਰਾਂ ਅਜਿਹੀਆਂ ਨੇ ਜਿਨ੍ਹਾਂ ਦੇ ਵਿੱਚ ਕੇਵਲ ਪੌੜੀਆਂ ਨੇ। ਇੱਕ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਸੰਤ ਕੀ ਵਾਰ, ਇੱਕ ਰਾਮਕਲੀ ਕੀ ਵਾਰ, ਸਤਿਕਾਰਯੋਗ ਬਾਬਾ ਸੱਤਾ ਜੀ, ਬਾਬਾ ਬਲਵੰਤ ਜੀ, ਉਹਨਾਂ ਦੇ ਮੁਖਾਰਬਿੰਦ ਤੋਂ ਜਿਹੜੀ ਉਚਾਰਨ ਕੀਤੀ ਹੋਈ ਹੈ। ਇਹ ਸ਼ਲੋਕ ਮਹੱਲਾ ਚੌਥਾ ਦੇ ਅਧੀਨ, ਇਹ ਸਿਰਲੇਖ ਦੇ ਅਧੀਨ ਇਹ ਸ਼ਬਦ ਦੀ ਆਰੰਭਤਾ ਹੁੰਦੀ ਹੈ ਜੀ। ਅੰਤਰ ਅਗਿਆਨ ਭਈ ਮਤ ਮਧਿਮਾ, ਸਤਿਗੁਰ ਕੀ ਪ੍ਰਤੀਤ ਨਾਹੀ। ਗੁਰੂ ਰਾਮਦਾਸ ਜੀ ਮਹਾਰਾਜ ਇਹਨਾਂ ਪੰਕਤੀਆਂ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਜਦੋਂ ਤੈਨੂੰ ਸਤਿਗੁਰੂ ਦੀ ਪ੍ਰਤੀਤ ਨਾ ਹੋਵੇਗੀ ਤੇ ਚੇਤਾ ਰੱਖੀ ਤੇਰੇ ਅੰਦਰ ਅਗਿਆਨ ਆ ਜਾਵੇਗਾ ਤੇ ਤੇਰੀ ਜਿਹੜੀ ਮਤ ਹੈ ਉਹ ਮੱਧਮ ਹੋ ਜਾਏਗੀ, ਕਿਉਂਕਿ ਜਿਹੜਾ ਸਤਿਗੁਰੂ ਦਾ ਗਿਆਨ ਹੈ ਉਹੀ ਮਤ ਦੇ ਵਿੱਚ ਪ੍ਰਕਾਸ਼ ਕਰਦਾ ਹੈ। ਅੰਤਰ ਅਗਿਆਨ ਭਈ ਮਤ ਮੱਧਮ, ਵੀ ਤੇਰੇ ਅੰਦਰ ਅਗਿਆਨ ਹੈ, ਅਗਿਆਨਤਾ ਦੇ ਕਰਕੇ ਤੇਰੀ ਜਿਹੜੀ ਮਤ ਹੈ ਉਹ ਮੱਧਮ ਹੋ ਗਈ ਹੈ, ਕਿਉਂਕਿ ਤੂੰ ਸਤਿਗੁਰੂ ਦੀ ਪ੍ਰਤੀਤ ਨਹੀਂ ਕੀਤੀ। ਗੁਰੂ ਸਾਹਿਬ ਜੀ ਬਾਣੀ ਦੇ ਵਿੱਚ ਫੁਰਮਾਨ ਕਰਦੇ ਨੇ, ਸਤਿਗੁਰ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ। ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਨੂੰ ਨਹੀਂ ਸੇਵਿਆ, ਸ਼ਬਦ ਦੀ ਵਿਚਾਰ ਨਾ ਕੀਤੀ, ਅੰਤਰ ਗਿਆਨ ਨਾ ਆਇਓ ਮਿਰਤਕ ਹੈ ਸੰਸਾਰ। ਆ ਵੇਖੋ, ਹੁਣ ਅੰਤਰ ਗਿਆਨ ਤਾਂ ਹੀ ਆ ਸਕਦਾ ਹੈ ਜੇ ਅਸੀਂ ਸਤਿਗੁਰੂ ਨੂੰ ਸੇਵਦੇ ਹਾਂ। ਸਤਿਗੁਰੂ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਜਿਨ੍ਹਾਂ ਨੇ ਸਤਿਗੁਰੂ ਨੂੰ ਨਹੀਂ ਸੇਵਿਆ, ਸ਼ਬਦ ਦੀ ਵਿਚਾਰ ਨਾ ਕੀਤੀ, ਅੰਤਰ ਗਿਆਨ ਨਾ ਆਇਓ, ਉਹਨਾਂ ਦੇ ਅੰਦਰ ਗਿਆਨ ਨਹੀਂ ਆ ਸਕਦਾ। ਮਿਰਤਕ ਹੈ ਸੰਸਾਰ, ਉਹ ਭਾਵੇਂ ਸਰੀਰਿਕ ਰੂਪ ਦੇ ਵਿੱਚ ਜਿਉਂਦੇ ਨੇ, ਸਰੀਰਿਕ ਰੂਪ ਦੇ ਵਿੱਚ ਸਵਾਸ ਲੈ ਰਹੇ ਨੇ, ਪਰ ਮਹਾਰਾਜ ਜੀ ਦੀ ਬਾਣੀ ਕਹਿੰਦੀ ਉਹ ਮ੍ਰਿਤਕਾਂ ਦੀ ਤਰ੍ਹਾਂ ਨੇ। ਮਹਾਰਾਜ ਬਾਣੀ ਦੇ ਵਿੱਚ ਇੱਕ ਜਗ੍ਹਾ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਹਿੰਦੇ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਗਿਆਨ ਅੰਜਨ ਗੁਰ ਦੀਆ। ਹੁਣ ਵੇਖੋ, ਗਿਆਨ ਅੰਜਨ ਤੁਸੀਂ ਵੇਖਿਆ ਹੋਵੇਗਾ ਪੁਰਾਣੇ ਸਮੇਂ ਦੇ ਵਿੱਚ ਮਾਤਾ ਜਦੋਂ ਆਪਣੇ ਬੱਚੇ ਨੂੰ ਸਵਾਰਦੀ ਤੇ ਸੁਰਮਚੀ ਦੇ ਨਾਲ, ਸਲਾਈਆਂ ਦੇ ਨਾਲ ਉਹਦੀਆਂ ਨੈਣਾਂ ਦੇ ਵਿੱਚ ਨਾ ਸੁਰਮਾ ਪਾਉਂਦੀ। ਕਹਿੰਦੇ ਇਹਦੇ 2 ਹੀ ਕਾਰਨ ਹੁੰਦੇ ਸਨ। ਇੱਕ ਕਾਰਨ ਤੇ ਇਹ ਹੁੰਦਾ ਸੀ ਕਿ ਮੇਰੇ ਪਿਆਰੇ ਬੱਚੇ ਦਾ ਮੁਖੜਾ ਬੜਾ ਪਿਆਰਾ ਲੱਗੇ, ਜਿਹੜਾ ਵੇਖੇ ਤੇ ਆਸ਼ ਕਰ ਉੱਠੇ, ਕਿਉਂਕਿ ਮਾਂ ਦੇ ਲਈ ਬੱਚਾ ਬੜਾ ਪਿਆਰਾ ਹੁੰਦਾ। ਮਾਂ ਆਪਣੇ ਬੱਚੇ ਨੂੰ ਸਵਾਰਨ ਦੇ ਲਈ ਉਹਦੇ ਨੈਣਾਂ ਦੇ ਵਿੱਚ ਸੁਰਮੇ ਦੀ ਧਾਰੀ ਪਾਉਂਦੀ। ਇੱਕ ਤੇ ਇਹ। ਦੂਸਰਾ ਕਹਿੰਦੇ ਆ ਜੀ, ਸੁਰਮਾ ਇਸ ਕਰਕੇ ਵੀ ਪਾਇਆ ਜਾਂਦਾ ਸੀ ਕਿ ਜਿਹੜਾ ਨੈਣਾਂ ਦੇ ਵਿੱਚ ਕੋਈ ਜਾਲਾ ਹੈ, ਕੋਈ ਧੂਲ ਮਿੱਟੀ ਦੇ ਕਣ ਨੇ, ਉਹ ਵਗ ਕੇ ਪ੍ਰਵਾਹਿਤ ਹੋ ਕੇ ਬਾਹਰ ਆ ਜਾਣ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਕਿ ਮੈਂ ਵੀ ਤੇਰੀ ਸੁਰਤ ਦੇ ਵਿੱਚ ਗਿਆਨ ਦਾ ਸੁਰਮਾ ਪਾਵਾਂਗਾ ਤੇ ਤੇਰੀ ਸੁਰਤ ਦੇ ਵਿੱਚੋਂ, ਗੁਰਸਿੱਖ ਜੀ ਤੁਹਾਡੀ ਸੁਰਤ ਦੇ ਵਿੱਚੋਂ ਜਿਹੜਾ ਅਗਿਆਨ ਦਾ ਹਨੇਰਾ ਉਹ ਦੂਰ ਹੋ ਜਾਏਗਾ। ਉਹ ਜਿਵੇਂ ਅੱਖਾਂ ਦੇ ਵਿੱਚੋਂ ਧੂਲ ਘੱਟਾ ਬਾਹਰ ਆ ਗਿਆ, ਤੁਹਾਡੀ ਸੁਰਤ ਦੇ ਵਿੱਚੋਂ ਅਗਿਆਨਤਾ ਬਾਹਰ ਆ ਜਾਵੇਗੀ। ਗਿਆਨ ਅੰਜਨ ਗੁਰ ਦੀਆ, ਗੁਰੂ ਸਾਹਿਬ ਨੇ ਗਿਆਨ ਦਾ ਸੁਰਮਾ ਦਿੱਤਾ। ਉਹਦੇ ਨਾਲ ਕੀ ਹੋਇਆ? ਅਗਿਆਨ ਅੰਧੇਰ ਵਿਨਾਸ਼। ਅੱਖਾਂ ਦੇ ਵਿੱਚ ਸੁਰਮਾ ਪਾਇਆ, ਅੱਖਾਂ ਸਾਫ਼ ਹੋ ਗਈਆਂ ਤੇ ਸੰਸਾਰ ਬੜਾ ਸਪਸ਼ਟ ਦਿਖਣਾ ਸ਼ੁਰੂ ਹੋ ਗਿਆ, ਸੰਸਾਰ ਬੜਾ ਸਾਫ਼ ਸੁਥਰਾ ਦਿਖਣਾ ਸ਼ੁਰੂ ਹੋ ਗਿਆ। ਤੇ ਗੁਰੂ ਨੇ ਗਿਆਨ ਦਾ ਸੁਰਮਾ ਮਤ ਦੇ ਵਿੱਚ ਪਾਇਆ, ਅਗਿਆਨਤਾ ਦੂਰ ਹੋ ਗਈ। ਫਿਰ ਕੀ ਹੋਇਆ ਜੀ?
ਗੁਰੂ ਸਾਹਿਬ ਕਹਿੰਦੇ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ। ਅਕਾਲ ਪੁਰਖ ਦੀ ਕਿਰਪਾ ਦੇ ਨਾਲ ਗੁਰੂ ਮਿਲ ਪਿਆ, ਨਾਨਕ ਮਨ ਪ੍ਰਗਾਸ ਤੇ ਮਨ ਦੇ ਵਿੱਚ ਖੇੜਾ ਆ ਗਿਆ, ਮਨ ਦੇ ਵਿੱਚ ਪ੍ਰਕਾਸ਼ ਆ ਗਿਆ, ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ। ਮਹਾਰਾਜ ਬਾਣੀ ਦੇ ਵਿੱਚ ਇੱਕ ਜਗ੍ਹਾ ਹੋਰ ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਉਗਵੈ ਸੂਰ ਨ ਜਾਪੈ ਚੰਦ, ਜਹ ਗਿਆਨ ਪ੍ਰਗਾਸ਼ ਅਗਿਆਨ ਮਿਟੰਤ। ਵੇਖੋ ਜੀ, ਅਸੀਂ ਡਾਕਟਰ ਦੇ ਕੋਲੋਂ ਜਾਂਦੇ ਹਾਂ ਜਦੋਂ ਕੋਈ ਬੰਦਾ ਬਿਮਾਰ ਹੁੰਦਾ ਤੇ ਡਾਕਟਰ ਨੂੰ ਅਸੀਂ ਜਾ ਕੇ ਕੀ ਕਹਿੰਦੇ ਹਾਂ? ਡਾਕਟਰ ਸਾਹਿਬ ਕਿਰਪਾ ਕਰਕੇ ਮੇਰੀ ਬਿਮਾਰੀ ਦੂਰ ਕਰੋ। ਇਹ ਭੁਲੇਖਾ ਹੈ। ਡਾਕਟਰ ਕਦੀ ਬਿਮਾਰੀ ਦੂਰ ਨਹੀਂ ਕਰਦਾ। ਡਾਕਟਰ ਤੁਹਾਡੇ ਸਰੀਰ ਨੂੰ ਸਵਸਥ ਕਰ ਦਿੰਦਾ ਹੈ। ਤੁਹਾਡੇ ਸਰੀਰ ਦਾ ਸਵਸਥ ਹੋਣਾ ਹੀ ਬਿਮਾਰੀ ਨੂੰ ਬਾਹਰ ਕਰ ਦਿੰਦਾ ਹੈ। ਬਿਮਾਰੀ ਦੀ ਆਹਟ ਇਸ ਗੱਲ ਦਾ ਪ੍ਰਤੀਕ ਹੈ ਕਿ ਸਰੀਰ ਦੇ ਵਿੱਚ ਕਿਤੇ ਨਾ ਕਿਤੇ ਅਸਵਸਥਤਾ ਆ ਗਈ ਹੈ ਤੇ ਡਾਕਟਰ ਬਿਮਾਰੀ ਨਹੀਂ ਕੱਢ ਸਕਦਾ, ਬਿਮਾਰੀ ਦੂਰ ਨਹੀਂ ਕਰ ਸਕਦਾ। ਡਾਕਟਰ ਤੁਹਾਨੂੰ ਉਹ ਜਿਹੜੀ ਤੁਹਾਡੇ ਅੰਦਰ ਸਵਾਸਥ ਦੀ ਹਾਨੀ ਹੋਈ ਹੈ, ਡਾਕਟਰ ਉਹਦੀ ਭਰਪਾਈ ਕਰਦਾ ਹੈ, ਡਾਕਟਰ ਉਹਨੂੰ ਠੀਕ ਕਰਦਾ ਹੈ। ਉਹ ਜਦੋਂ ਸਵਸਥ ਹੋ ਜਾਂਦਾ ਬੰਦਾ ਤੇ ਬਿਮਾਰੀ ਆਪਣੇ ਆਪ ਦੂਰ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਕੁੜੱਤਣ ਕੱਢਣੀ ਹੋਵੇ, ਮੁੱਖ ਦੇ ਵਿੱਚ ਕੁੜੱਤਣ ਹੋਵੇ ਸਾਧ ਸੰਗਤ ਜੀ, ਤੇ ਕੁੜੱਤਣ ਨਹੀਂ ਕੱਢੀ ਜਾਂਦੀ, ਉਹਦੇ ਵਾਸਤੇ ਮਿੱਠਾ ਖਾਧਾ ਜਾਂਦਾ ਹੈ। ਜਦੋਂ ਮਿੱਠਾ ਖਾਧਾ ਜਾਂਦਾ ਤੇ ਕੁੜੱਤਣ ਆਪਣੇ ਆਪ ਦੂਰ ਹੋ ਜਾਂਦੀ ਹੈ। ਮਹਾਰਾਜ ਜੀ ਵੀ ਤੇ ਇਹੀ ਸਮਝਾ ਰਹੇ ਨੇ। ਮਹਾਰਾਜ ਜੀ ਕਹਿੰਦੇ ਦੀਵਾ ਬਲੈ ਅੰਧੇਰਾ ਜਾਏ। ਹੁਣ ਹਨੇਰੇ ਨੂੰ ਦੂਰ ਕਰਨ ਵਾਸਤੇ ਕੋਈ ਐਫਰਟ ਨਹੀਂ ਕਰਨਾ ਪੈਂਦਾ। ਹਨੇਰੇ ਨੂੰ ਦੂਰ ਕਰਨ ਵਾਸਤੇ ਬਸ ਤੁਸੀਂ ਪ੍ਰਕਾਸ਼ ਕਰ ਦਿਓ, ਹਨੇਰਾ ਆਪਣੇ ਆਪ ਦੂਰ ਹੋ ਜਾਏਗਾ। ਅਸੀਂ ਇਹ ਕਹਿ ਸਕਦੇ ਹਾਂ ਕਿ ਹਨੇਰਾ ਉੱਥੇ ਨਹੀਂ ਹੋਵੇਗਾ ਜਿੱਥੇ ਪ੍ਰਕਾਸ਼ ਹੋਵੇਗਾ, ਤੇ ਜਿੱਥੇ ਪ੍ਰਕਾਸ਼ ਨਹੀਂ ਉੱਥੇ ਹਨੇਰੇ ਦੀ ਆਹਟ ਹੋਵੇਗੀ, ਉੱਥੇ ਹਨੇਰਾ ਆਵੇਗਾ। ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਉਗਵੈ ਸੂਰ ਨ ਜਾਪੈ ਚੰਦ। ਕਹਿੰਦੇ ਜਦੋਂ ਸੂਰਜ ਚੜ੍ਹਦਾ ਤੇ ਚੰਦਰਮਾ ਦਿਖਾਈ ਨਹੀਂ ਦਿੰਦਾ। ਅੱਗੇ ਵੇਖੋ ਜੀ ਕਿੰਨੀ ਕਮਾਲ ਦੇ ਬਚਨ ਨੇ। ਜਹ ਗਿਆਨ ਪ੍ਰਗਾਸ਼ ਅਗਿਆਨ ਮਿਟੰਤ। ਜਿੱਥੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਮਹਾਰਾਜ ਜੀ ਕਹਿੰਦੇ ਉੱਥੇ ਅਗਿਆਨ ਦੂਰ ਹੋ ਜਾਂਦਾ ਹੈ। ਮਹਾਰਾਜ ਜੀ ਬਾਣੀ ਦੇ ਵਿੱਚ ਇੱਕ ਜਗ੍ਹਾ ਹੋਰ ਕਿਰਪਾ ਕਰਦੇ ਨੇ। ਅਗਿਆਨਤਾ ਦੀ ਗੱਲ ਹੋ ਰਹੀ ਹੈ ਨਾ ਜੀ। ਅੰਤਰ ਅਗਿਆਨ ਭਈ ਮਤ ਮਧਿਮ। ਮਹਾਰਾਜ ਜੀ ਕਹਿੰਦੇ, ਮਹਾਰਾਜ ਜੀ ਨੇ ਨਾ ਗਿਆਨ ਨੂੰ ਤਲਵਾਰ ਦੀ ਤਰ੍ਹਾਂ ਵੀ ਕਿਹਾ। ਮਹਾਰਾਜ ਕਹਿੰਦੇ ਗੁਰੂ ਦਾ ਜਿਹੜਾ ਗਿਆਨ ਹੈ ਉਹ ਸ਼੍ਰੀ ਸਾਹਿਬ ਵਰਗਾ ਹੁੰਦਾ ਹੈ, ਉਹ ਇੱਕ ਹਥਿਆਰ ਵਰਗਾ ਹੁੰਦਾ ਹੈ। ਕਿਉਂਕਿ ਜਿਹੜਾ ਗਿਆਨ ਹੈ, ਜਿਹੜੀ ਐਜੂਕੇਸ਼ਨ ਹੈ, ਉਹ ਵੀ ਇੱਕ ਹਥਿਆਰ ਹੈ ਨਾ ਜੀ, ਉਹ ਵੀ ਤੁਹਾਡੇ ਕੋਲੋਂ ਇੱਕ ਟੂਲ ਹੈ। ਤੇ ਮਹਾਰਾਜ ਜੀ ਕਹਿ ਰਹੇ ਜਿਹੜੇ ਗੁਰੂ ਦਾ ਗਿਆਨ ਆ ਉਹ ਤੇ ਖੜਗ ਵਰਗਾ ਹੁੰਦਾ ਹੈ। ਖੜਗ ਵੀ ਇਦਾਂ ਦੀ ਜਿਹੜੀ ਬੜੀ ਕਰਾਰੀ ਹੈ। ਮਹਾਰਾਜ ਕਹਿੰਦੇ ਗੁਰ ਤੇ ਗਿਆਨ ਪਾਇਆ, ਅਤ ਖੜਗ ਕਰਾਰਾ, ਦੂਜਾ ਭ੍ਰਮ ਗੜ ਕੱਟਿਆ, ਮੋਹ ਲੋਭ ਅਹੰਕਾਰਾ। ਕਹਿੰਦੇ ਗੁਰੂ ਨੇ ਅਜਿਹੀ ਕਿਰਪਾ ਕੀਤੀ, ਮੇਰੇ ਹੱਥ ਦੇ ਵਿੱਚ ਗਿਆਨ ਰੂਪੀ ਖੜਗ ਪਕੜਾ ਦਿੱਤੀ। ਉਹਦੇ ਨਾਲ ਜਿਹੜਾ ਭਰਮ ਦਾ ਗੜ ਸੀ ਨਾ, ਭਰਮ ਗੜ ਤੋੜਨਾ ਕਿਤੇ ਸੌਖਾ ਹੈ, ਭਰਮ ਨੂੰ ਕੱਢਣਾ ਬੜਾ ਔਖਾ ਹੈ। ਮੈਂ ਪਿਛਲੀ ਦਫਾ ਵੀ ਇੱਥੇ ਬੇਨਤੀ ਕੀਤੀ ਸੀ। ਨੈਪੋਲੀਅਨ ਕਹਿੰਦਾ ਕਿਸੇ ਵੀ ਮਨੁੱਖ ਦੇ, ਸਧਾਰਨ ਮਨੁੱਖ ਦੇ ਦਿਮਾਗ ਦੇ ਵਿੱਚ ਜਿਹੜੀ ਗੱਲ ਧਾਰਨ ਹੋ ਜਾਂਦੀ ਹੈ ਨਾ ਕੋਈ, ਉਹ ਕੱਢਣੀ ਬੜੀ ਔਖੀ। ਉਹ ਕਹਿੰਦਾ ਜੰਗ ਜਿੱਤਣੀ ਸੌਖੀ, ਕਿਸੇ ਦੇਸ਼ ਦੇ ਉੱਪਰ ਫਤਿਹ ਪ੍ਰਾਪਤ ਕਰਨੀ ਸੌਖੀ, ਹਜ਼ਾਰਾਂ ਕਾਫਲਿਆਂ ਦੇ ਉੱਪਰ ਵਿਜੇ ਪ੍ਰਾਪਤ ਕਰਨੀ ਸੌਖੀ, ਹਜ਼ਾਰਾਂ ਦੀ ਤਾਦਾਦ ਦੇ ਉੱਪਰ ਸਿਪਾਹੀਆਂ ਨੂੰ ਜਿੱਤਣਾ ਸੌਖਾ। ਪਰ ਜਦੋਂ ਕਿਸੇ ਸਧਾਰਨ ਵਿਅਕਤੀ ਦੇ ਦਿਮਾਗ ਦੇ ਵਿੱਚ ਕੋਈ ਗੱਲ ਬਹਿ ਜਾਂਦੀ ਹੈ, ਉਹ ਕੱਢਣੀ ਬੜੀ ਔਖੀ ਹੁੰਦੀ ਹੈ। ਭਰਮ ਦਾ ਕਿਲਾ ਤੋੜਨਾ ਬੜਾ ਔਖਾ ਹੈ। ਇਹ ਗੁਰੂ ਦੀ ਕਿਰਪਾ ਦੇ ਨਾਲ ਟੁੱਟਦਾ ਹੈ। ਗੁਰੂ ਭਰਮਗੜ ਤੋੜ ਦਿੰਦਾ ਹੈ। ਗੁਰ ਤੇ ਗਿਆਨ ਪਾਇਆ, ਅਤ ਖੜਗ ਕਰਾਰਾ, ਦੂਜਾ ਭਰਮ ਗੜ ਕੱਟਿਆ, ਮੋਹ ਲੋਭ ਅਹੰਕਾਰਾ। ਜਿਹੜਾ ਭਰਮ ਦਾ ਗੜ ਸੀ, ਮੇਰੇ ਅੰਦਰ ਮੋਹ ਲੋਭ ਸੀ, ਉਹ ਸਾਰਾ ਦੂਰ ਹੋ ਗਿਆ। ਇਹ ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਸੋ ਮਹਾਰਾਜ ਜੀ ਕਹਿੰਦੇ ਨੇ ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ। ਜਦੋਂ ਸਤਿਗੁਰੂ ਦੀ ਪ੍ਰਤੀਤ ਤੂੰ ਨਹੀਂ ਕਰਦਾ, ਤੇਰੇ ਅੰਦਰ ਅਗਿਆਨਤਾ ਆ ਜਾਂਦੀ ਹੈ ਤੇ ਤੇਰੀ ਜਿਹੜੀ ਮਤ ਹੈ ਉਹ ਮੱਧਮ ਹੋ ਜਾਂਦੀ ਹੈ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਬਹਿ ਖਬਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣੈ। ਸਾਡੇ ਬਜ਼ੁਰਗਾਂ ਦੇ ਨਾ ਕਈ ਵਾਕ ਬੜੇ ਕਮਾਲ ਦੇ ਸਨ। ਬਜ਼ੁਰਗ ਕਹਿੰਦੇ ਹੁੰਦੇ ਨੇ, ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਰੋਗੀ ਨੂੰ ਸਾਰੇ ਰੋਗੀ ਲੱਗਦੇ ਹੈ ਤੇ ਭੋਗੀ ਨੂੰ ਸਾਰੇ ਭੋਗੀ ਲੱਗਦੇ ਹੈ। ਜਿੱਦਾਂ ਦੀ ਤੁਹਾਡੀ ਦ੍ਰਿਸ਼ਟੀ ਹੋਵੇਗੀ, ਸੰਸਾਰ ਉਸੇ ਤਰ੍ਹਾਂ ਦਾ ਤੁਹਾਨੂੰ ਦ੍ਰਿਸ਼ਟਮਾਨ ਦਿਖਾਈ ਦੇਵੇਗਾ। ਮਾਰੇ ਕਹਿੰਦੇ ਜਿਹੜਾ ਕਪਟੀ ਹੁੰਦਾ ਉਹਨੂੰ ਸਾਰੇ ਕਪਟੀ ਲੱਗਦੇ ਹੈ। ਉਹਨੇ ਸਾਰਿਆਂ ਦੇ ਨਾਲ ਕਪਟ ਹੀ ਕਰਨਾ ਹੁੰਦਾ ਹੈ, ਉਹਨੇ ਝੂਠ ਹੀ ਕਰਨਾ ਹੁੰਦਾ ਹੈ, ਉਹਨੇ ਕੇਵਲ ਆਪਣਾ ਉੱਲੂ ਸਿੱਧਾ ਕਰਨਾ ਹੁੰਦਾ ਹੈ। ਕਪਟੀ ਦੀਆਂ 2-4 ਨਿਸ਼ਾਨੀਆਂ ਜਿਹੜੀਆਂ ਸਮਾਜ ਦੇ ਵਿੱਚ ਦਿੱਤੀਆਂ ਜਾਂਦੀਆਂ, ਜਦੋਂ ਤੇ ਇਹਨੂੰ ਕੰਮ ਹੈ
ਉਦੋਂ ਬੜਾ ਮਿੱਠਾ, ਉਦੋਂ ਜੀ ਇਹਦੀ ਜ਼ੁਬਾਨ ਦੇ ਵਿੱਚੋਂ ਸ਼ਹਿਦ ਝਿਮ ਝਿਮ ਵਰਸਦਾ, ਜ਼ੁਬਾਨ ਬੜੀ ਮਿੱਠੀ ਹੋ ਜਾਂਦੀ ਜੀ। ਉਦੋਂ ਕਹਿੰਦਾ ਜੀ ਤੁਹਾਡੇ ਤੋਂ ਵਧੀਆ ਹੈ ਹੀ ਕੋਈ ਨਹੀਂ। ਜਦੋਂ ਕੰਮ ਹੋ ਜਾਂਦਾ ਤਾਂ ਫਿਰ ਤੂੰ ਕੌਣ ਤੇ ਮੈਂ ਕੌਣ, ਫਿਰ ਥੋੜ੍ਹੀ ਕਿਤਿਆਂ ਤੁਹਾਡੀ ਗੱਲ ਵੀ ਨਹੀਂ ਸੁਣਦਾ। ਇਹ ਕਪਟੀ ਦੀਆਂ ਨਿਸ਼ਾਨੀਆਂ ਹੁੰਦੀਆਂ। ਸਿਆਣੇ ਕਹਿੰਦੇ ਆ ਕਿ ਬਿੱਛੂ ਦਾ ਡੰਗ ਸਹਿ ਲੈਣਾ ਚਾਹੀਦਾ ਹੈ, ਸੱਪਾਂ ਦੇ ਵਿੱਚ ਰਹਿ ਲੈਣਾ ਚਾਹੀਦਾ ਹੈ, ਸ਼ੇਰ ਦੇ ਮੂੰਹ ਦੇ ਵਿੱਚ ਆਪਣਾ ਸਿਰ ਦੇ ਦੇਣਾ ਚਾਹੀਦਾ ਹੈ, ਪਰ ਕਹਿੰਦੇ ਕਪਟੀ ਦੀ ਸੰਗਤ ਕਦੀ ਨਹੀਂ ਕਰਨੀ ਚਾਹੀਦੀ। ਇਹ ਉਹੋ ਜਿਹੀ ਥਾਂ ਮਾਰਦਾ ਜਿੱਥੋਂ ਕੋਈ ਪਾਣੀ ਵੀ ਨਾ ਮੰਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਜਦੋਂ ਅਸੀਂ ਰਚਨਾ ਪੜ੍ਹਦੇ ਹਾਂ, ਭਾਈ ਸਾਹਿਬ ਜੀ ਨੇ ਬੜੀ ਕਮਾਲ ਦੀ ਕਪਟੀ ਦੀ ਉਦਾਹਰਨ ਦਿੱਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਗਊ ਮੁਖ ਬਾਗ ਜੈਸੇ ਬਸੈ ਮ੍ਰਿਗ ਮਾਲ ਵਿਖੈ, ਕੰਗਣ ਪਹਿਰ ਜੋ ਬਿਲਈਆ ਖੱਗ ਮੋਹਈ। ਬੜੀ ਕਮਾਲ ਦਾ ਜ਼ਿਕਰ ਕੀਤਾ। ਭਾਈ ਸਾਹਿਬ ਜੀ ਕਹਿੰਦੇ ਜਿਵੇਂ ਸ਼ੇਰ ਹੋਵੇ ਤੇ ਸ਼ੇਰ ਗਾਈ ਵਰਗਾ ਮੂੰਹ ਬਣਾ ਲੇ। ਗਊ ਮੁਖ ਬਾਗ ਜੈਸੇ ਬਸੈ ਮ੍ਰਿਗ ਮਾਲ ਵਿਖੈ, ਮ੍ਰਿਗ ਮਾਲ ਕਿ ਹਿਰਨਾਂ ਦੀ ਡਾਰ। ਸ਼ੇਰ ਕਹੇ ਕਿ ਹੁਣ ਮੈਂ ਗਾਂ ਵਰਗਾ ਹੋ ਗਿਆ, ਗਾਈ ਵਰਗਾ ਮੈਂ ਮੁਖ ਬਣਾ ਲਿਆ, ਹੁਣ ਮੈਂ ਵਨਸਪਤੀ ਖਾਣੀ ਆ, ਮੈਂ ਤੇ ਮਾਸ ਖਾਣਾ ਹੀ ਨਹੀਂ। ਕਹਿੰਦੇ ਇਹ ਹਿਰਨਾਂ ਦੀ ਅਗਿਆਨਤਾ ਹੋਏਗੀ ਕਿ ਉਹਦੇ ਉੱਪਰ ਵਿਸ਼ਵਾਸ ਕਰ ਲੈਣਾ। ਇਹ ਹਿਰਨਾਂ ਨੂੰ ਖਾ ਜਾਏਗਾ। ਇਹ ਜਿੰਨਾ ਮਰਜ਼ੀ ਗਊ ਵਰਗਾ ਮੂੰਹ ਬਣਾ ਲੇ, ਇਹਦੇ ਤੇ ਕੋਈ ਵਿਸ਼ਵਾਸ ਨਹੀਂ ਕਰਨਾ। ਕਪਟੀ ਦੇ ਉੱਪਰ ਕੋਈ ਵਿਸ਼ਵਾਸ ਨਹੀਂ ਕਰਦਾ। ਕਪਟੀ ਇੱਕ ਵਾਰ ਤੁਹਾਨੂੰ ਮੂਰਖ ਬਣਾ ਸਕਦਾ ਹੈ, 2 ਵਾਰ ਬਣਾ ਸਕਦਾ, ਤੀਜੀ ਵਾਰੀ ਉਹਦੇ ਉੱਪਰ ਕੋਈ ਵਿਸ਼ਵਾਸ ਨਹੀਂ ਕਰਦਾ ਹੁੰਦਾ। ਭਾਵੇਂ ਉਹ ਧਾਰਮਿਕ ਖੇਤਰ ਹੈ, ਭਾਵੇਂ ਉਹ ਰਾਜਨੀਤਿਕ ਖੇਤਰ ਹੈ, ਭਾਵੇਂ ਉਹ ਸਮਾਜਿਕ ਖੇਤਰ ਹੈ। ਕਪਟੀ ਕਿਸੇ ਵੀ ਖੇਤਰ ਦਾ ਹੋਵੇ, ਉਹ ਵਿਸ਼ਵਾਸ ਕਰਨ ਦੇ ਯੋਗ ਨਹੀਂ ਰਹਿੰਦਾ, ਉਹ ਕਪਟੀ ਰਹਿੰਦਾ। ਸੋ ਭਾਈ ਸਾਹਿਬ ਜੀ ਕਹਿੰਦੇ ਆ ਕਿ ਜਿਵੇਂ ਸ਼ੇਰ ਕਹੇ ਕਿ ਮੈਂ ਤੇ ਹੁਣ ਗਾਂ ਵਰਗਾ ਹੋ ਗਿਆ, ਮੈਂ ਤੇ ਵਨਸਪਤੀ ਖਾਣੀ ਸ਼ੁਰੂ ਕਰ ਦਿੱਤੀ, ਕਹਿੰਦੇ ਇਹ ਹਿਰਨਾਂ ਦੀ ਅਗਿਆਨਤਾ ਹੋਏਗੀ ਤੇ ਉਹਦੇ ਉੱਪਰ ਵਿਸ਼ਵਾਸ ਕਰ ਲੈਣ। ਜੇ ਹਿਰਨ ਉਹਦੇ ਉੱਪਰ ਵਿਸ਼ਵਾਸ ਕਰ ਲੈਂਦੇ ਆ ਤੇ ਜ਼ਿੰਦਗੀ ਤੇ ਮੌਤ ਦਾ ਸਵਾਲ ਬਣ ਜਾਂਦਾ। ਇਹਦੇ ਤੋਂ ਗਾਂ ਹੋਰ ਕੁਝ ਨਹੀਂ ਸੁੱਝਦਾ, ਉਹ ਖਾ ਲੇਗਾ। ਗਊ ਮੁਖ ਬਾਗ ਜੈਸੇ ਬਸੈ ਮ੍ਰਿਗ ਮਾਲ ਵਿਖੈ, ਕੰਗਣ ਪਹਿਰ ਜੋ ਬਿਲਈਆ ਖੱਗ ਮੋਹਈ। ਬਿਲਈਆ ਦਾ ਭਾਵ ਬਿੱਲੀ ਤੇ ਖੱਗ ਦਾ ਭਾਵ ਹੁੰਦਾ ਸਾਧ ਸੰਗਤ ਜੀ ਪੰਛੀ। ਭਾਈ ਗੁਰਦਾਸ ਜੀ ਕਹਿੰਦੇ ਕਿ ਬਿੱਲੀ ਕਵੇ ਕਿ ਮੈਂ ਤੇ ਹੁਣ ਧਾਰਮਿਕ ਬਸਤਰ ਧਾਰਨ ਕਰ ਲਏ, ਆਹ ਵੇਖੋ ਮੈਂ ਕੰਗਣ ਪਾਲੇ ਨੇ, ਮੈਂ ਤੇ ਹੁਣ ਧਾਰਮਿਕ ਹੋ ਗਈ ਹਾਂ, ਮੈਂ ਬੜੀ ਧਾਰਮਿਕ ਹੋ ਗਈ। ਤੁਸੀਂ ਮੇਰੀ ਵੇਸ਼ ਭੂਸ਼ਾ ਵੇਖੋ, ਮੇਰੇ ਹੱਥ ਦੇ ਵਿੱਚ ਕੰਗਣ ਪਾਏ ਹੋਏ ਆ, ਮੈਂ ਬੜੀ ਭਲੀ ਮਾਨਸ ਹੋ ਗਈ ਹਾਂ, ਹੁਣ ਤੇ ਮੈਂ ਬੰਦਗੀ ਦੇ ਵਿੱਚ ਲਿਵਲੀਨ ਰਹਿੰਦੀ ਹਾਂ। ਤੇ ਭਾਈ ਸਾਹਿਬ ਜੀ ਕਹਿੰਦੇ ਬਿਲਈਆ ਖੱਗ ਮੋਹਈ, ਜੇ ਉਹਦੇ ਲਾਗੇ ਕੋਈ ਪੰਛੀ ਆ ਜਾਏ ਤੇ ਉਹ ਪੰਛੀ ਨਹੀਂ ਛੱਡਦੀ। ਇਹ ਪੰਛੀ ਦੀ ਅਗਿਆਨਤਾ ਹੋਵੇਗੀ ਕਿ ਉਹਦੇ ਉੱਪਰ ਵਿਸ਼ਵਾਸ ਕਰ ਲੈਣਾ। ਅਗਲੀ ਉਦਾਹਰਨ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਜਿਵੇਂ ਇੱਕ ਬਗਲਾ ਧਿਆਨ ਧਰ ਕੇ ਬਹਿ ਜਾਏ ਤੇ ਉਹ ਬਗਲਾ ਜਦੋਂ ਧਿਆਨ ਧਰਦਾ ਹੈ ਤੇ ਵੇਖਣ ਨੂੰ ਲੱਗਦਾ ਵੀ ਇਹਦੇ ਵਰਗਾ ਭਗਤ ਕੋਈ ਨਹੀਂ ਹੋ ਸਕਦਾ। ਜੈਸੇ ਬਗ ਧਿਆਨ ਧਰ ਕਰਤ ਆਹਾਰ ਮਿਣ, ਕਰਤ ਆਹਾਰ ਮੀਨ। ਕਹਿੰਦੇ ਜਿਵੇਂ ਬਗਲਾ ਧਿਆਨ ਧਰਦਾ, ਹੁਣ ਵੇਖੋ ਤੁਸੀਂ ਬਗਲੇ ਜਦੋਂ ਕਿਤੇ ਬੈਠੇ ਹੋਣ ਛੱਪੜ ਦੇ ਕੰਢੇ ਤੇ ਬਗਲਾ ਐਨ ਅਡੋਲ ਹੋ ਕੇ ਬੈਠਾ ਹੁੰਦਾ ਤੇ ਵੇਖਣ ਵਾਲਾ ਕਹਿੰਦਾ ਕਿ ਕਿਆ ਬਾਤ ਹੈ, ਇੰਨੇ ਕਮਾਲ ਦੇ ਸਫੇਦ ਵਸਤਰ ਤੇ ਇੰਨਾ ਕਮਾਲ ਦੀ ਭਗਤੀ ਤੇ ਚਿੰਤਨ, ਇਹ ਤੇ ਹਿਲਦਾ ਹੀ ਨਹੀਂ ਪਿਆ, ਇਹ ਤੇ ਬੜਾ ਆਨੰਦ ਦੇ ਵਿੱਚ ਬੈਠਾ ਹੋਇਆ। ਪਰ ਕਹਿੰਦੇ ਜੇਕਰ ਕੋਈ ਡੱਡੀ ਜਾਂ ਮੱਛੀ ਉਹਦੇ ਨਜ਼ਦੀਕ ਆ ਜਾਏ, ਬਗਲਾ ਉਸੇ ਸਮੇਂ ਆਪਣੀ ਸਮਾਧੀ ਤੋਂ ਬਾਹਰ ਆ ਜਾਂਦਾ, ਉਸੇ ਸਮੇਂ ਉਹਨੂੰ ਖਾ ਲੈਂਦਾ, ਉਹਨੂੰ ਖਤਮ ਕਰ ਦਿੰਦਾ। ਸਿਆਣੇ ਕਹਿੰਦੇ ਆ ਕਿ ਮਨੁੱਖ ਨੂੰ ਜਦੋਂ ਉੱਦਾਂ ਸਾਰੇ ਭਲੇ ਮਾਨਸ ਨੇ, ਉੱਦਾਂ ਸਾਰੇ ਸਾਧੂ ਨੇ, ਜਿਹਨੂੰ ਮੌਕਾ ਮਿਲ ਜਾਏ ਪ੍ਰਗਟ ਉਹ ਹੋ ਜਾਂਦਾ ਹੈ। ਤੁਸੀਂ ਵੇਖਿਆ ਹੋਵੇਗਾ ਪਿਛਲੇ ਦਿਨੀ ਯੂਪੀ ਬਿਹਾਰ ਦੇ ਵਿੱਚ ਇੱਕ ਤੇਲ ਦਾ ਟੈਂਕਰ ਜਿਹੜਾ ਸਾਧ ਸੰਗਤ ਜੀ ਉਹ ਪਲਟ ਗਿਆ। ਉੱਥੇ ਸਾਰੇ ਆਮ ਜਦੋਂ ਜਾ ਰਹੇ ਸਨ, ਰਾਹੀ ਸਨ, ਕੋਈ ਕਹਿ ਸਕਦਾ ਸੀ ਕਿ ਇਹ ਲੁਟੇਰਾ ਹੋ ਸਕਦਾ ਹੈ, ਲੁੱਟ ਸਕਦਾ ਨਹੀਂ। ਸਾਰੇ ਰਾਹੀ ਸਨ, ਸਾਰੇ ਧਰਮੀ ਸਨ। ਉਹਨਾਂ ਨੂੰ ਕੋਈ ਕਹਿ ਕੇ ਵੇਖੋ ਆਹ ਧਰਮੀ ਤੁਹਾਡੇ ਗਲ ਪੈ ਜਾਣਗੇ। ਜਦੋਂ ਟੈਂਕਰ ਡਿੱਗ ਗਿਆ ਸਾਧ ਸੰਗਤ ਜੀ, ਉਸ ਤੋਂ ਬਾਅਦ ਲੋਕੀ ਧੜਾ ਧੜ ਕੈਨੀਆਂ ਲੈ ਕੇ ਪਹੁੰਚੇ, ਧੜਾ ਧੜ ਬਾਲਟੀਆਂ ਲੈ ਕੇ ਪਹੁੰਚੇ। ਉਹ ਕਿੱਥੋਂ ਪ੍ਰਗਟ ਹੋਏ? ਮੌਕਾ ਮਿਲ ਗਿਆ, ਮੌਕਾ ਮਿਲ ਗਿਆ, ਇਸ ਕਰਕੇ ਉਹ ਪ੍ਰਗਟ ਹੋ ਗਏ। ਨਿਊਯਾਰਕ ਦੇ ਵਿੱਚ ਇੱਕ ਵਾਰ ਬਿਜਲੀ ਚਲੇ ਗਈ, ਉਸ ਤੋਂ ਪਹਿਲਾਂ ਉੱਥੇ ਕਦੀ ਚੋਰੀਆਂ ਨਹੀਂ ਸੀ ਹੋਈਆਂ। ਬਿਜਲੀ ਜਲੇ ਗਈ, ਹਨੇਰਾ ਹੋ ਗਿਆ, ਮੌਕਾ ਮਿਲ ਗਿਆ। ਚੋਰੀਆਂ ਵੀ ਹੋਈਆਂ, ਡਕੈਤੀਆਂ ਵੀ ਹੋਈਆਂ, ਲੁੱਟਾਂ ਖੋਹਾਂ ਵੀ ਹੋਈਆਂ। ਗੱਲ ਤੇ ਜਦੋਂ ਮੌਕਾ ਮਿਲਦਾ, ਕਪਟੀ ਜਦੋਂ ਮੌਕਾ ਮਿਲਦਾ ਉਦੋਂ ਹੀ ਉਹ ਸਾਹਮਣੇ ਆ ਜਾਂਦਾ, ਆਪਣਾ ਆਪ ਦਿਖਾ ਜਾਂਦਾ, ਉਹ ਪ੍ਰਗਟ ਹੋ ਜਾਂਦਾ। ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਕਿਰਪਾ ਕਰਦੇ ਨੇ, ਇਹ ਬਖਸ਼ਿਸ਼ ਕਰਦੇ ਨੇ ਕਿ ਜਿਵੇਂ ਇੱਕ ਬਗਲਾ ਗਊ ਮੁਖ ਬਗਲਾ ਧਿਆਨ ਧਰਦਾ, ਜੈਸੇ ਬਗ ਧਿਆਨ ਧਰ ਕਰਤ ਆਹਾਰ ਮੀਨ, ਉਹ ਮਛਲੀ ਦਾ ਆਹਾਰ ਕਰ ਜਾਂਦਾ। ਗਣਿਕਾ ਸ਼ਿੰਗਾਰ ਸਾਜ, ਕਹਿੰਦੇ ਜਿੱਦਾਂ ਇੱਕ ਗਣਿਕਾ ਵੇਸ਼ਵਾ, ਉਹ ਸ਼ਿੰਗਾਰ ਆਪਣੇ ਪਤੀ ਨੂੰ ਰਿਝਾਉਣ ਲਈ ਨਹੀਂ ਕਰ ਰਹੀ, ਉਹ ਸ਼ਿੰਗਾਰ ਨਕਾਰਾਤਮਕ ਕਰ ਰਹੀ ਹੈ।
ਭਾਈ ਸਾਹਿਬ ਜੀ ਅੱਗੇ ਉਦਾਹਰਨ ਦਿੰਦੇ ਨੇ ਕਿ ਠੀਕ ਇਸੇ ਤਰ੍ਹਾਂ ਜਦੋਂ ਸਤਸੰਗਤ ਦੇ ਵਿੱਚ ਆ ਕੇ ਕਪਟੀ ਬਹਿੰਦਾ ਹੈ ਤੇ ਉਹ ਆਪਣੇ ਕਪਟ ਨੂੰ ਨਹੀਂ ਛੱਡਦਾ। ਇਹ ਤੇ ਗੁਰੂ ਦੀ ਕਿਰਪਾ ਹੋਵੇ ਤੇ ਫਿਰ ਜਿਵੇਂ ਬਾਂਸ ਚੰਦਨ ਦੇ ਕੋਲੋਂ ਆ ਕੇ ਵੀ ਉਹਦੀ ਸੁਗੰਧੀ ਜਿਹੜੀ ਉਹ ਪ੍ਰਾਪਤ ਨਹੀਂ ਕਰਦਾ। ਗੁਰੂ ਦੀ ਕਿਰਪਾ ਹੋਵੇ ਤੇ ਕਪਟੀ ਬਖਸ਼ਿਆ ਜਾ ਸਕਦਾ। ਉਹ ਮਹਾਰਾਜ ਜੀ ਅੱਗੇ ਕਿਰਪਾ ਕਰਦੇ ਨੇ। ਸੋ ਇਸ ਪੰਕਤੀ ਦੇ ਵਿੱਚ ਮਹਾਰਾਜ ਕਹਿ ਰਹੇ ਨੇ ਕਪਟੀ ਦੇ ਅੰਦਰ ਕਪਟ ਵਰਤਦਾ, ਉਹ ਕਪਟ ਦੇ ਵਿੱਚ ਹੀ ਖਪਿਆ ਰਹਿੰਦਾ ਹੈ। ਸਤਿਗੁਰ ਕਾ ਭਾਣਾ ਚਿਤ ਨਾ ਆਵੈ, ਆਪਣੈ ਸੁਆਏ ਫਿਰਾਹੀ। ਸਤਿਗੁਰੂ ਦਾ ਭਾਣਾ ਉਹਨੂੰ ਚੇਤੇ ਵਿੱਚ ਨਹੀਂ ਆਉਂਦਾ, ਆਪਣੇ ਹੀ ਸਵਾਦਾਂ ਦੇ ਵਿੱਚ ਉਹ ਫਿਰਦਾ ਰਹਿੰਦਾ ਹੈ। ਕਿਰਪਾ ਕਰੇ ਜੇ ਆਪਣੀ, ਤਾ ਨਾਨਕ ਸ਼ਬਦ ਸਮਾਹੀ। ਕਪਟੀ ਬਖਸ਼ਿਆ ਜਾ ਸਕਦਾ ਹੈ ਜੇ ਪ੍ਰਮਾਤਮਾ, ਜੇ ਗੁਰੂ ਆਪਣੀ ਕਿਰਪਾ ਕਰਦੇ। ਕਿਰਪਾ ਕਰੇ ਜੇ ਆਪਣੀ, ਤਾਂ ਨਾਨਕ ਸ਼ਬਦ ਸਮਾਹੀ। ਜੇ ਗੁਰੂ ਕਿਰਪਾ ਕਰਦਾ ਏ, ਜੇ ਗੁਰੂ ਬਖਸ਼ਿਸ਼ ਕਰਦਾ ਏ ਤੇ ਉਹ ਸ਼ਬਦ ਦੇ ਵਿੱਚ ਸਮਾ ਕੇ ਆਪਣੇ ਕਪਟ ਨੂੰ ਦੂਰ ਕਰ ਦਿੰਦਾ ਹੈ। ਕਿਉਂਕਿ ਇਹ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੀ ਕਿਰਪਾ ਹੈ। ਇਹ ਸਾਰਿਆਂ ਦੇ ਉੱਪਰ ਵਰਤਦੀ ਹੈ, ਪਰ ਉਹਦਾ ਪਾਤਰ ਕੌਣ ਕੌਣ ਬਣਦਾ ਹੈ ਇਹ ਜ਼ਿਆਦਾ ਮਾਇਨੇ ਰੱਖਦਾ ਹੈ। ਸੋ ਕਪਟੀ ਬਖਸ਼ਿਆ ਜਾ ਸਕਦਾ ਜੇ ਗੁਰੂ ਦੇ ਚਰਨਾਂ ਦੇ ਵਿੱਚ ਆ ਜਾਂਦਾ ਹੈ ਤੇ ਗੁਰੂ ਉਹਨੂੰ ਸ਼ਬਦ ਦੇ ਵਿੱਚ ਸਮਾ ਦਿੰਦਾ ਹੈ। ਮਹੱਲਾ ਚੌਥਾ। ਮਹੱਲੇ ਚੌਥੇ ਦੇ ਸਿਰਲੇਖ ਅਧੀਨ ਅਗਲਾ ਸ਼ਬਦ ਹੈ ਜੀ। ਮਨਮੁਖ ਮਾਇਆ ਮੋਹਿ ਵਿਆਪੇ, ਦੂਜੈ ਭਾਏ ਮਨੁਆ ਥਿਰ ਨਾਹੀ। ਮਨਮੁਖ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ, ਜਿਹੜਾ ਆਪਣੇ ਮਨ ਦੇ ਪਿੱਛੇ ਲੱਗ ਕੇ ਚੱਲਦਾ ਹੈ। ਕਹਿੰਦੇ ਮਨਮੁਖ ਮਾਇਆ ਤੇ ਮੋਹ ਦੇ ਵਿੱਚ ਹੀ ਹੁੰਦਾ ਹੈ, ਉਹਨੂੰ ਮਾਇਆ ਦਾ ਮੋਹ ਜਿਹੜਾ ਉਹ ਵਿਆਪ ਜਾਂਦਾ ਹੈ। ਦੂਜੈ ਭਾਏ ਮਨੁਆ ਥਿਰ ਨਾਹੀ, ਉਹ ਕਿਸੇ ਹੋਰ ਦੇ ਪਿਆਰ ਦੇ ਵਿੱਚ ਆਪਣੇ ਮਨ ਨੂੰ ਟਿਕਾ ਨਹੀਂ ਸਕਦਾ ਹੁੰਦਾ, ਕਿਉਂਕਿ ਦੂਜਾ ਭਾਏ ਉਹਦੇ ਵਿੱਚ ਹੁੰਦਾ, ਇੱਕ ਦਾ ਭਾਉ ਨਹੀਂ ਹੁੰਦਾ। ਇੱਕ ਵਾਰ ਇੱਕ ਫਕੀਰ ਸਾਧ ਸੰਗਤ ਜੀ ਕਿਸੇ ਘਰ ਵਿਖੇ ਗਿਆ, ਉਹਨੇ ਵੇਖਿਆ ਕਿ ਘਰ ਦੇ ਵਿੱਚ ਸੁਆਣੀ ਦੁੱਧ ਰਿੜਕ ਰਹੀ ਹੈ। ਪੁਰਾਣੇ ਸਮੇਂ 'ਚ ਦੁੱਧ ਰਿੜਕਦੇ ਸਨ। ਉਹ ਜਦੋਂ ਦੁੱਧ ਰਿੜਕਦੀ ਹੈ ਤੇ ਉਹਦੇ ਹੱਥਾਂ ਦੇ ਉੱਪਰ ਕੰਗਣ ਪਾਏ ਹੋਏ, ਤੇ ਕੰਗਣ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਸਨ। ਜਦੋਂ ਦੁੱਧ ਰਿੜਕਦੀ ਹੈ ਤੇ ਕੰਗਣ ਆਪਸ ਦੇ ਵਿੱਚ ਵੱਜਦੇ ਨੇ ਤੇ ਉਹਦੇ ਵਿੱਚੋਂ ਆਵਾਜ਼ ਆਉਂਦੀ ਹੈ ਤੇ ਸੁਆਣੀ ਡਿਸਟਰਬ ਹੋਈ। ਉਹਨੇ ਆਪਣਾ ਇੱਕ ਕੰਗਣ ਲਾ ਕੇ ਰੱਖਿਆ, ਫਕੀਰ ਵੇਖਦਾ ਸੀ। ਉਹਨੇ ਆਪਣਾ ਦੂਜਾ ਕੰਗਣ ਲਾ ਕੇ ਰੱਖਿਆ, ਆਵਾਜ਼ ਫਿਰ ਵੀ ਨਾ ਜਾਏ। ਹੌਲੀ ਹੌਲੀ ਕਰਕੇ ਉਹਨੇ ਸਾਰੇ ਕੰਗਣ ਉਤਾਰ ਦਿੱਤੇ ਤੇ ਇੱਕੋ ਕੰਗਣ ਉਹਦੀ ਬਾਂਹ ਦੇ ਉੱਪਰ ਰਹਿ ਗਿਆ। ਤੇ ਫਕੀਰ ਮੌਜ ਦੇ ਵਿੱਚ ਗਾਉਂਦਾ ਹੋਇਆ ਬੋਲਿਆ ਵੀ ਨੁਕਤਾ ਹੱਥ ਦੇ ਵਿੱਚ ਆ ਗਿਆ। ਕਿਸੇ ਨੇ ਪੁੱਛਿਆ, ਫਕੀਰ ਸਾਹਿਬ ਤੁਸੀਂ ਬੜੇ ਆਨੰਦ ਦੇ ਵਿੱਚ ਹੋ, ਕੀ ਗੱਲ ਹੋਈ ਆ? ਉਹ ਕਹਿੰਦੇ ਜੀ ਨੁਕਤਾ ਹੱਥ ਦੇ ਵਿੱਚ ਆ ਗਿਆ। ਕਹਿੰਦੇ ਕਿਹੜਾ ਨੁਕਤਾ? ਉਹ ਕਹਿੰਦੇ ਜਦੋਂ ਇੱਕ ਹੋ ਜਾਏ ਉਦੋਂ ਰੌਲਾ ਕੋਈ ਨਹੀਂ ਰਹਿੰਦਾ ਹੁੰਦਾ। ਕੰਗਣ ਇੱਕੋ ਰਹਿ ਗਿਆ ਉਹਦੇ ਹੱਥ ਦੇ ਵਿੱਚ, ਬਾਕੀ ਖਣਕਦੇ ਸਨ, ਆਵਾਜ਼ਾਂ ਆਉਂਦੀਆਂ ਸਨ। ਉਹ ਬੜਾ ਆਨੰਦ ਦੇ ਵਿੱਚ ਕਹਿੰਦਾ ਜਦੋਂ ਇੱਕ ਨਾਲ ਜੁੜ ਜਾਈਏ, ਜਦੋਂ ਇੱਕ ਹੋ ਗਏ ਤੇ ਮਨ ਦੇ ਵਿੱਚੋਂ ਰੌਲਾ ਮੁੱਕ ਜਾਂਦਾ ਹੈ, ਰੌਲਾ ਕੋਈ ਨਹੀਂ ਰਹਿੰਦਾ ਹੁੰਦਾ। ਤੇ ਮਹਾਰਾਜ ਕਹਿ ਰਹੇ ਨੇ ਮਨਮੁਖ ਮਾਇਆ ਮੋਹੇ ਵਿਆਪੇ, ਜਿਹੜਾ ਮਨਮੁਖ ਹੈ ਉਹਨੂੰ ਮਾਇਆ ਦਾ ਮੋਹ ਵਿਆਪਿਆ ਰਹਿੰਦਾ ਹੈ। ਭਾਈ ਗੁਰਦਾਸ ਜੀ ਦੀ ਇੱਕ ਰਚਨਾ ਫਿਰ ਮੈਂ ਤੁਹਾਡੀ ਨਜ਼ਰ ਕਰਦੇ ਹਾਂ, ਬੜੀ ਕਮਾਲ ਦੀ ਇਹਦੇ ਵਿੱਚ ਉਦਾਹਰਨ ਦਿੱਤੀ ਹੈ ਭਾਈ ਸਾਹਿਬ ਜੀ ਨੇ। ਭਾਈ ਸਾਹਿਬ ਜੀ ਨੇ ਦੱਸਿਆ ਕਿ ਮਨਮੁਖ ਆਪਣੇ ਕਾਰਜ ਵੀ ਕਰਦਾ ਹੈ, ਪਰ ਉਹ ਕਾਰਜ ਨਿਸ਼ਫਲ ਹੁੰਦੇ ਆ। ਉਹ ਕਾਰਜ ਭਾਵੇਂ ਜਿੰਨੀ ਵੀ ਮਿਹਨਤ ਮਰਜ਼ੀ ਕਰਦਾ। ਭਾਈ ਸਾਹਿਬ ਜੀ ਨੇ ਕੁਦਰਤ ਦੇ ਵਿੱਚੋਂ 3 ਪ੍ਰਜਾਤੀਆਂ ਦਾ ਜ਼ਿਕਰ ਕੀਤਾ ਜਿਹੜੀਆਂ ਬੇਹੱਦ ਮਿਹਨਤ ਕਰਦੀਆਂ। ਸ਼ਾਇਦ ਇਹਨਾਂ ਵਰਗੀ ਮਿਹਨਤ ਹੋਰ ਕੋਈ ਕਰਦਾ ਨਾ ਹੋਵੇ, ਤੇ ਇਹਦੇ ਤੋਂ ਢੁਕਵੀਂ ਹੋਰ ਕੋਈ ਉਦਾਹਰਨ ਵੀ ਨਹੀਂ ਹੋ ਸਕਦੀ। ਭਾਈ ਗੁਰਦਾਸ ਜੀ ਨੇ ਬਖਸ਼ਿਸ਼ ਕੀਤੀ। ਭਾਈ ਸਾਹਿਬ ਜੀ ਕਹਿੰਦੇ ਨੇ ਜੈਸੇ ਮਧੂ ਮਾਖੀ ਸਿੰਚ ਸਿੰਚ ਕਹਿ ਇਕੱਤਰ ਕਰੈ, ਹਰੈ ਮਧੂ ਆਏ ਤਾਂ ਕਿ ਮੁੱਖ ਛਾਰ ਡਾਰਕੈ। ਸਮੇਂ ਦੇ ਵਿੱਚ ਰਹਿੰਦੇ ਹੋਇਆ ਕੇਵਲ ਮੈਂ ਇਹਦੀ ਵਿਆਖਿਆ ਕਰਾਂਗਾ। ਭਾਈ ਸਾਹਿਬ ਜੀ ਕਹਿੰਦੇ ਕਿ ਜਿਵੇਂ ਇੱਕ ਮਧੂ ਮੱਖੀ ਹੈ, ਉਹ ਕਿੰਨਾ ਫੁੱਲਾਂ ਦੇ ਉੱਪਰ ਉੱਡਦੀ, ਕਦੀ ਉਸ ਫੁੱਲ ਦੇ ਉੱਪਰ, ਕਦੀ ਉਸ ਫੁੱਲ ਦੇ ਉੱਪਰ, ਉੱਥੋਂ ਉਹ ਆਪਣਾ ਸ਼ਹਿਦ ਗ੍ਰਹਿਣ ਕਰਦੀ ਹੈ। ਵਿਦਵਾਨ ਇਹ ਵੀ ਕਹਿੰਦੇ ਆ ਕਿ ਇੱਕ ਮੱਖੀ ਨੂੰ 1 ਕਿਲੋ ਸ਼ਹਿਦ ਪ੍ਰਾਪਤ ਕਰਨ ਦੇ ਲਈ ਇੰਨਾ ਉੱਡਣਾ ਪੈਂਦਾ ਹੈ, ਇੰਨੀ ਮੁਸ਼ੱਕਤ ਕਰਨੀ ਪੈਂਦੀ ਹੈ ਸੰਗਤ ਜੀ, ਕਿ ਧਰਤੀ ਦੇ 8 ਚੱਕਰ ਬਣਦੇ ਆ। ਇੰਨੀ ਮਿਹਨਤ ਇੱਕ ਮੱਖੀ ਨੂੰ ਕਰਨੀ ਪੈਂਦੀ ਹੈ। ਤੇ ਵਿਗਿਆਨਕ ਇਹ ਵੀ ਕਹਿੰਦੇ ਆ ਕਿ ਜਿੰਨੀ ਦੇਰ ਤੱਕ ਇਸ ਧਰਤੀ ਦੇ ਉੱਪਰ ਆਖਰੀ ਸ਼ਹਿਦ ਦੀ ਮੱਖੀ ਹੈ, ਉਦੋਂ ਤੱਕ ਇਹ ਜੀਵ ਜੰਤੂ ਸ੍ਰਿਸ਼ਟੀ ਕਾਇਮ ਹੈ। ਇਹ ਸ਼ਹਿਦ ਦੀਆਂ ਮੱਖੀਆਂ ਖਤਮ ਹੋ ਗਈਆਂ ਤੇ ਸ੍ਰਿਸ਼ਟੀ ਵੀ ਖਤਮ ਹੋ ਜਾਏਗੀ। ਇਹ ਉਹਨਾਂ ਦੀ ਆਪਣੀ ਗੱਲ ਹੈ। ਉਹ ਇਹਦੇ ਲਈ ਲੌਜਿਕ ਦਿੰਦੇ ਆ, ਕਿਉਂ ਕਹਿੰਦੇ ਜੀ ਸ਼ਹਿਦ ਦੀਆਂ ਮੱਖੀਆਂ ਜਿਹੜੀਆਂ ਨੇ ਉਹ ਪ੍ਰਾਂਗਣ ਕਰਦੀਆਂ ਨੇ। ਜਿਹੜੀ ਮੱਖੀ ਦੇ ਉੱਪਰ ਆ ਕੇ, ਜਿਹੜੇ ਫੁੱਲ ਦੇ ਉੱਪਰ ਆ ਕੇ ਮੱਖੀ ਸ਼ਹਿਦ ਲਵੇਗੀ, ਉਹੀ ਫੁੱਲ ਅੱਗੇ ਫਲ ਬਣਦਾ, ਨਹੀਂ ਤੇ ਫਲ ਨਹੀਂ ਬਣਦਾ।
ਚੀਨ ਦੇ ਵਿੱਚ ਤੇ ਮੱਖੀਆਂ ਦੀ ਇੱਥੋਂ ਤੱਕ ਘਾਟ ਆ ਗਈ ਕਿ ਬੰਦਿਆਂ ਨੂੰ ਖੁਦ ਪ੍ਰਾਂਗਣ ਕਰਨਾ ਪੈ ਰਿਹਾ ਫਲ ਪ੍ਰਾਪਤ ਕਰਨ ਦੇ ਲਈ। ਸੋ ਸ਼ਹਿਦ ਦੀ ਮੱਖੀ ਜਿਹੜੀ ਹੈ, ਇਹਦਾ ਭਾਈ ਸਾਹਿਬ ਜੀ ਨੇ ਇਸੇ ਕਰਕੇ ਉਦਾਹਰਨ ਦਿੱਤੀ ਵੀ ਇਹਦਾ ਮਹੱਤਵ ਵੀ ਬੜਾ ਹੈ, ਮਿਹਨਤ ਵੀ ਬੜੀ ਕਰਦੀ ਹੈ। ਭਾਈ ਸਾਹਿਬ ਜੀ ਕਹਿੰਦੇ ਜਿਵੇਂ ਇੱਕ ਬੂਟੇ ਦੇ ਉੱਪਰ ਇਹਦਾ ਛੱਤਾ ਲੱਗਾ ਹੋਇਆ, ਬੜੀ ਮਿਹਨਤ ਕਰ ਕਰਕੇ ਇਹਨੇ ਉੱਥੇ ਸ਼ਹਿਦ ਇਕੱਠਾ ਕੀਤਾ, ਇਹਦਾ ਜ਼ੋਰ ਲੱਗ ਗਿਆ, ਪਰ ਕਹਿੰਦੇ ਜਿਹੜਾ ਸ਼ਹਿਦ ਚੋਣ ਵਾਲਾ ਮਧੂ ਹੈ ਉਹ ਆਉਂਦਾ ਥੱਲੇ ਅੱਗ ਬਾਲਦਾ, ਅੱਗ ਦੇ ਨਾਲ ਸਾਰੀ ਜਿਹੜੀ ਸਵਾਹ ਹੈ ਉਹ ਮੱਖੀਆਂ ਦੇ ਉੱਪਰ ਪੈ ਜਾਂਦੀ ਹੈ ਤੇ ਮੱਖੀਆਂ ਉੱਡ ਜਾਂਦੀਆਂ, ਥੋੜੀਆਂ ਜੀਆਂ ਮਰ ਜਾਂਦੀਆਂ, ਕਹਿੰਦੇ ਉਹ ਸ਼ਹਿਦ ਲੈ ਕੇ ਤੇ ਚਲਿਆ ਜਾਂਦਾ। ਦੂਜੀ ਉਦਾਹਰਨ 'ਚ ਭਾਈ ਸਾਹਿਬ ਜੀ ਕਹਿੰਦੇ, ਕੇਵਲ ਮੈਂ ਉਦਾਹਰਨ ਦਿਆਂਗਾ ਕੋਈ ਸਮੇਂ ਦੀ ਘਾਟ ਹੈ। ਭਾਈ ਸਾਹਿਬ ਜੀ ਕਹਿੰਦੇ ਹੈ ਕਿ ਜਿਵੇਂ ਇੱਕ ਗਾਂ ਆਪਣੇ ਵਛੜੇ ਦੇ ਲਈ ਦੁੱਧ ਦਿੰਦੀ ਹੈ, ਗਾਂ ਇਸ ਕਰਕੇ ਦੁੱਧ ਨਹੀਂ ਦਿੰਦੀ ਕਿ ਇਹਨੂੰ ਸ਼ਹਿਰ ਪਾਇਆ ਜਾਵੇਗਾ, ਇਹਨੂੰ ਕਿਸਾਨ ਲੈ ਕੇ ਸ਼ਹਿਰ ਜਾਏਗਾ, ਨਹੀਂ, ਗਾਂ ਆਪਣੇ ਵਛੜੇ ਦੇ ਲਈ ਦੁੱਧ ਦਿੰਦੀ ਆ, ਉਹ ਗੱਲ ਵੱਖਰੀ ਕਿ ਅਸੀਂ ਇਹਨੂੰ ਆਰਥਿਕ ਤੌਰ ਤੇ ਡੇਅਰੀ ਫਾਰਮ ਦਾ ਕੰਮ ਕਰਦੇ ਹਾਂ। ਭਾਈ ਸਾਹਿਬ ਜੀ ਕਹਿੰਦੇ ਜਦੋਂ ਗਵਾਲਾ ਕੀ ਕਰਦਾ ਹੈ, ਗਾਂ ਦਾ ਦੁੱਧ ਲੈਣ ਦੇ ਲਈ ਵਛੜੇ ਨੂੰ ਉਹਦੇ ਛੱਡਦਾ, ਵਛੜੇ ਨੂੰ ਉਹਦੇ ਥਣਾਂ ਦੇ ਕੋਲ ਛੱਡਦਾ, ਤੇ ਜਦੋਂ ਉਹ ਆਪਣਾ ਦੁੱਧ ਉਤਾਰ ਦਿੰਦੀ ਹੈ ਤੇ ਵਛੜੇ ਨੂੰ ਖਿੱਚ ਕੇ ਕਿੱਲੇ ਨਾਲ ਬੰਨ੍ਹ ਦਿੰਦਾ ਤੇ ਗਾਂ ਦਾ ਦੁੱਧ ਲੈ ਕੇ ਸ਼ਹਿਰ ਨੂੰ ਚਲਿਆ ਜਾਂਦਾ। ਗਾਂ ਨੇ ਕੇਵਲ ਆਪਣੇ ਵਛੜੇ ਦੇ ਲਈ ਦੁੱਧ ਦਿੱਤਾ ਹੈ, ਪਰ ਅਸੀਂ ਉਹ ਗਵਾਲਾ ਕੀ ਕਰਦਾ, ਉਹ ਲੈ ਕੇ ਸ਼ਹਿਰ ਚਲਿਆ ਜਾਂਦਾ, ਉਹਦੀ ਉਹ ਪੈਸੇ ਕਰ ਲੈਂਦਾ ਜਾਂ ਉਹਨੂੰ ਆਰਥਿਕ ਤੌਰ ਤੇ ਆਪਣੇ ਆਪ ਨੂੰ ਮਜ਼ਬੂਤ ਕਰ ਲੈਂਦਾ। ਦੂਜੀ ਉਦਾਹਰਨ ਇਹ ਦਿੱਤੀ। ਤੀਜੀ ਉਦਾਹਰਨ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਧਰ ਖੋਦ ਖੋਦ ਬਿੱਲ ਸਾਜੈ ਮੂਸਾ, ਕਹਿੰਦੇ ਜਿਵੇਂ ਚੂਹਾ ਖੋਦ ਖੋਦ ਕੇ ਧਰਤੀ ਨੂੰ ਉਹਦੇ ਵਿੱਚ ਰੁੱਢ ਕੱਢਦਾ, ਕਿੰਨੀ ਮਿਹਨਤ ਕਰਦਾ, ਪਰ ਕਹਿੰਦੇ ਅਖੀਰ ਉੱਥੇ ਸੱਪ ਆ ਜਾਂਦਾ, ਚੂਹੇ ਨੂੰ ਮਾਰ ਦਿੰਦਾ ਤੇ ਕਹਿੰਦੇ ਆਪਣਾ ਉੱਥੇ ਰਾਜ ਸਥਾਪਿਤ ਕਰ ਲੈਂਦਾ। ਇਹਨਾਂ ਤਿੰਨਾਂ ਉਦਾਹਰਨਾਂ ਤੋਂ ਬਾਅਦ ਭਾਈ ਸਾਹਿਬ ਭਾਈ ਗੁਰਦਾਸ ਜੀ ਅਖੀਰ ਦੇ ਵਿੱਚ ਕਹਿੰਦੇ ਨੇ, ਠੀਕ ਇਸੇ ਤਰ੍ਹਾਂ ਮਨਮੁਖ ਸਾਰੀ ਉਮਰ ਭੱਜਦਾ ਫਿਰਦਾ ਹੈ, ਗੁਰੂ ਦਾ ਚੇਤਾ ਆਉਂਦਾ ਹੀ ਨਹੀਂ, ਬੜੀ ਮਿਹਨਤ ਕਰਦਾ ਹੈ, ਬੜੀ ਦੌੜ ਲਾਉਂਦਾ ਹੈ, ਬੜੇ ਬੈਂਕ ਬੈਲੈਂਸ ਇਕੱਠੇ ਕਰਦਾ ਹੈ, ਆਰਥਿਕ ਤੌਰ ਤੇ ਮਜ਼ਬੂਤ ਹੋ ਜਾਂਦਾ ਹੈ, ਜ਼ਮੀਨਾਂ ਜਾਇਦਾਦਾਂ ਦਾ ਮਾਲਕ ਹੋ ਜਾਂਦਾ ਹੈ, ਦੁਨੀਆ ਉਹਦੀ ਬੱਲੇ ਬੱਲੇ ਕਰਦੀ ਹੈ, ਦੁਨੀਆ ਉਹਨੂੰ ਸਲਿਊਟ ਕਰਦੀ ਹੈ, ਪਰ ਗੁਰੂ ਦੀ ਗੱਲ ਉਹ ਕਦੇ ਨਹੀਂ ਕਰਦਾ। ਭਾਈ ਸਾਹਿਬ ਜੀ ਕਹਿੰਦੇ ਇੱਦਾਂ ਹੁੰਦਾ ਹੈ ਕਿ ਅਖੀਰ ਉਹ ਇਸ ਸੰਸਾਰ ਤੋਂ ਚਲਿਆ ਜਾਂਦਾ, ਦੋਵੇਂ ਹੱਥ ਝਾੜ ਕੇ ਸਭ ਕੁਝ ਇੱਥੇ ਛੱਡ ਕੇ ਇੱਥੋਂ ਚਲਿਆ ਜਾਂਦਾ। ਸੋ ਮਹਾਰਾਜ ਜੀ ਕਹਿੰਦੇ ਨੇ, ਮਨਮੁਖ ਮਾਇਆ ਮੋਹੇ ਵਿਆਪੇ, ਦੂਜੇ ਭਾਏ ਮਨੁਆ ਥਿਰ ਨਾਹੀ, ਦੂਜੇ ਭਾਏ ਦੇ ਵਿੱਚ ਗੁਰੂ ਨੂੰ ਛੱਡ ਕੇ ਕਿਸੇ ਹੋਰ ਭਾ ਦੇ ਵਿੱਚ, ਕਿਸੇ ਹੋਰ ਪਿਆਰ ਦੇ ਵਿੱਚ ਰਹਿਣਾ ਮਨ ਸਥਿਰ ਨਹੀਂ ਹੋ ਸਕਦਾ। ਅਨ ਦਿਨ ਜਲਤ ਰਹੇ ਦਿਨ ਰਾਤੀ, ਹਉ ਮੈਂ ਖਪੇ ਖਪਾਹੇ, ਕਹਿੰਦੇ ਉਹ ਅਣਦੇਣੀ ਜਲਦਾ ਰਹਿੰਦਾ, ਸੜਦਾ ਰਹਿੰਦਾ, ਦਿਨ ਰਾਤੀ ਹਉਮੈ ਦੇ ਵਿੱਚ ਹੀ ਖਪਿਆ ਰਹਿੰਦਾ। ਇਹ ਮਨਮੁਖ ਦੀ ਕੰਡੀਸ਼ਨ ਹੈ। ਗੁਰਮੁਖ ਕਿਸੇ ਵੀ ਪ੍ਰਸਥਿਤੀ ਦੇ ਵਿੱਚ ਹੈ, ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੈ। 18ਵੀਂ ਸਦੀ ਦਾ ਇਤਿਹਾਸ ਪੜ੍ਹੋ, ਜੰਗਲਾਂ ਦੇ ਵਿੱਚ ਹੈ ਨਾ ਜੀ। ਰਤਨ ਸਿੰਘ ਭੰਗੂ ਸਾਹਿਬ ਨੇ ਬੜੀ ਕਮਾਲ ਦੀ ਇੱਕ ਵਾਰਤਾ ਸਾਂਝੀ ਕੀਤੀ। ਉਹ ਕਹਿੰਦੇ, ਕੈਪਟਨ ਮਰੀ ਮੈਨੂੰ ਪੁੱਛਦਾ, ਰਤਨ ਸਿੰਘ ਜੀ ਇਹਨਾਂ ਸਿੱਖਾਂ ਨੂੰ ਰਾਜ ਕਿੱਥੋਂ ਮਿਲਿਆ? ਘਰ ਘਾਟ ਇਹਨਾਂ ਦੇ ਕੋਲੋਂ ਨਹੀਂ, ਤਾਕਤ ਇਹਨਾਂ ਦੇ ਕੋਲੋਂ ਨਹੀਂ, ਬਾਦਸ਼ਾਹ ਇਹਨਾਂ ਦਾ ਕੋਈ ਨਹੀਂ, ਆਰਥਿਕਤਾ ਇਹਨਾਂ ਦੇ ਕੋਲੋਂ ਨਹੀਂ, ਚੰਗੇ ਘੋੜੇ ਇਹਨਾਂ ਦੇ ਕੋਲੋਂ ਨਹੀਂ, ਚੰਗੇ ਹਥਿਆਰ ਇਹਨਾਂ ਦੇ ਕੋਲੋਂ ਨਹੀਂ, ਚੰਗੇ ਨੀਤੀ ਘਾੜਿਆਂ ਦੀ ਵੀ ਕਈ ਵਾਰੀ ਘਾਟ ਹੋ ਜਾਂਦੀ, ਇਹਨਾਂ ਨੂੰ ਰਾਜ ਕਿੱਥੋਂ ਮਿਲਿਆ? ਮੈਨੂੰ ਦੱਸ। ਰਤਨ ਸਿੰਘ ਭੰਗੂ ਸਾਹਿਬ ਕਹਿੰਦੇ ਆ ਕਿ ਸਿੰਘਨ ਪਾਤਸ਼ਾਹੀ ਸਾਹਿਬ ਸੱਚੇ ਦਈ, ਵੀ ਸਿੰਘਾਂ ਨੂੰ ਜਿਹੜੀ ਪਾਤਸ਼ਾਹੀ ਹੈ ਉਹ ਸੱਚੇ ਸਾਹਿਬ ਨੇ ਦਿੱਤੀ ਹੈ। ਤੇ ਕੈਪਟਨ ਮਰੀ ਪੁੱਛਦਾ ਵੀ ਉਹ ਸੱਚਾ ਸਾਹਿਬ ਕਿਹੜਾ? ਉਹ ਕਹਿੰਦਾ ਉਹ ਸੱਚਾ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਹੈ। ਸਿੰਘਾਂ ਨੂੰ ਬਾਦਸ਼ਾਹੀ ਉਹਨੇ ਬਖਸ਼ੀ ਹੈ, ਸਿੱਖਾਂ ਨੂੰ ਅੰਦਰ ਦੀ ਬਾਦਸ਼ਾਹੀ ਤੇ ਦੁਨਿਆਵੀ ਬਾਦਸ਼ਾਹੀ ਉਹਨਾਂ ਨੇ ਬਖਸ਼ੀ ਹੈ। ਸੋ ਜਿਹੜੇ ਗੁਰਮੁਖ ਗੁਰੂ ਨਾਨਕ ਦੀ ਬਾਦਸ਼ਾਹੀ ਲੈ ਕੇ, ਗੁਰੂ ਨਾਨਕ ਦੀ ਪਾਤਸ਼ਾਹੀ ਲੈ ਕੇ ਚੱਲਦੇ ਨੇ, ਦੁਨੀਆ ਦੀ ਕੋਈ ਵੀ ਸਮੱਸਿਆ ਉਹਨਾਂ ਨੂੰ ਭਰਮਾ ਨਹੀਂ ਸਕਦੀ। ਦੂਜੇ ਪਾਸੇ ਦੁਨੀਆ ਦੇ ਵਿੱਚ ਬੜੇ ਐਸ਼ੋ ਆਰਾਮ ਨੇ, ਸੁੱਖ ਨੇ, ਪਰ ਜੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਤਸ਼ਾਹੀ ਨਹੀਂ ਤੇ ਇਹ ਸੁੱਖ ਆਰਾਮ ਕਿਸੇ ਮਾਇਨੇ ਦੇ ਨਹੀਂ ਹੁੰਦੇ। ਸੋ ਮਹਾਰਾਜ ਜੀ ਕਹਿੰਦੇ ਉਹ ਬੰਦਾ ਅਣਦਿਨ ਜਲਦਾ ਰਹਿੰਦਾ, ਅਣਦਿਨ ਖਪਦਾ ਰਹਿੰਦਾ, ਹਉਮੈ ਦੇ ਵਿੱਚ ਹੀ ਆਪਣਾ ਆਪ ਖਤਮ ਕਰ ਦਿੰਦਾ। ਹਉਮੈ ਦੀ ਉਦਾਹਰਨ ਤੁਹਾਨੂੰ ਇੱਕ ਛੋਟੀ ਜਿਹੀ ਦਿਆਂ। ਅਹੰਕਾਰ ਬੰਦੇ ਨੂੰ ਇੰਨਾ ਉੱਚਾ ਲੈ ਜਾਂਦਾ ਕਈ ਵਾਰੀ ਅੰਧਕਾਰ ਦੇ ਵਿੱਚ, ਉਹਨੂੰ ਹੇਠਾਂ ਕੋਈ ਦਿਖਾਈ ਨਹੀਂ ਦਿੰਦਾ। ਅਹੰਕਾਰ ਦਾ ਪਰਦਾ ਹੀ ਇੰਨਾ ਵੱਡਾ ਹੁੰਦਾ ਹੈ ਕਿ ਉਹਨੂੰ ਲੱਗਦਾ ਬਾਕੀ ਸਾਰੇ ਕੀੜੇ ਮਕੌੜੇ ਹੀ ਨੇ। ਇੱਕ ਵਾਰ ਇਸੇ ਤਰ੍ਹਾਂ ਕੋਈ ਵਿਦਵਾਨ ਬੇੜੀ ਦੇ ਵਿੱਚ ਬਹਿ ਗਿਆ ਤੇ ਬੜਾ ਉਹਨੂੰ ਆਪਣੀ ਵਿੱਦਿਆ ਦਾ ਮਾਣ, ਵਿੱਦਿਆ ਦਾ ਅਹੰਕਾਰ। ਬੇੜੀ ਦੇ ਵਿੱਚ ਬੈਠਾ ਵੀ ਸੰਗਤ ਜੀ ਉਹ ਆਪਣੀਆਂ ਪੁਸਤਕਾਂ ਫੋਲੀ ਜਾਏ। ਪੁਸਤਕਾਂ ਫੋਲਦਾ ਮਲਾਹ ਨੂੰ ਕਹਿੰਦਾ, ਮਲਾਹ ਜੀ ਗੱਲ ਸੁਣੋ ਮੇਰੀ। ਮਲਾਹ ਜੀ ਕਹਿੰਦੇ ਹਾਂਜੀ ਹੁਕਮ। ਕਹਿੰਦੇ ਮਲਾਹ ਜੀ ਵਿਆਕਰਨ ਦੇ ਬਾਰੇ ਕੁਝ ਜਾਣਦੇ ਹੋ?
ਉਹ ਕਹਿੰਦਾ ਜੀ ਨਹੀਂ, ਮੈਂ ਵਿਆਕਰਨ ਕੀ ਜਾਣਾ, ਮੈਂ ਤੇ ਬੇੜੀ ਚਲਾਉਣ ਵਾਲਾ ਬੰਦਾ ਹਾਂ। ਉਹ ਕਹਿੰਦਾ ਤੂੰ ਵਿਆਕਰਨ ਬਾਰੇ ਕੁਝ ਨਹੀਂ ਜਾਣਦਾ? ਨਹੀਂ ਜੀ, ਮੈਂ ਵਿਆਕਰਨ ਦਾ ਕੁਝ ਵੀ ਨਹੀਂ ਜਾਣਦਾ। ਮਲਾਹ ਨੂੰ ਹਉਮੈ ਦੇ ਵਿੱਚ ਸੀ, ਹੰਕਾਰ ਦੇ ਵਿੱਚ ਸੀ। ਮਲਾਹ ਨੂੰ ਕਹਿਣ ਲੱਗਾ ਫਿਰ ਤੇ ਤੂੰ ਜ਼ਿੰਦਗੀ 'ਚ ਕੁਝ ਨਹੀਂ ਕਮਾਇਆ, ਤੂੰ ਜ਼ਿੰਦਗੀ 'ਚ ਕੁਝ ਨਹੀਂ ਖੱਟਿਆ, ਤੇਰੀ ਜ਼ਿੰਦਗੀ ਸਾਰੀ ਇੱਦਾਂ ਹੀ ਲੰਘ ਗਈ, ਕੀ ਫਾਇਦਾ, ਤੈਨੂੰ ਵਿਆਕਰਨ ਦਾ ਹੀ ਨਹੀਂ ਪਤਾ। ਚਲੋ ਮਲਾਹ ਚੁੱਪ ਰਿਹਾ। ਥੋੜ੍ਹੀ ਜਿਹੀ ਅੱਗੇ ਗਏ, ਰੱਬ ਦੀ ਕਰਨੀ ਇਹੋ ਜਿਹੀ ਤੂਫਾਨ ਆ ਗਿਆ, ਬੇੜੀ ਲੱਗੀ ਡਿੱਕੇ ਡੋਲੇ ਖਾਣ। ਹੁਣ ਮਲਾਹ ਸਾਹਿਬ ਕਹਿੰਦੇ ਵਿਦਵਾਨ ਜੀ ਤੈਰਨਾ ਆਉਂਦਾ? ਕਹਿੰਦਾ ਜੀ ਨਹੀਂ, ਤੈਰਨਾ ਤੇ ਨਹੀਂ ਆਉਂਦਾ। ਕਹਿਣ ਲੱਗਾ ਜੇ ਤੁਸੀਂ ਤੈਰਨਾ ਨਹੀਂ ਸਿੱਖਿਆ ਤੇ ਫਿਰ ਤੁਸੀਂ ਕੁਝ ਵੀ ਨਹੀਂ ਸਿੱਖਿਆ, ਤੁਹਾਡੀ ਵੀ ਜ਼ਿੰਦਗੀ ਇੱਦਾਂ ਹੀ ਲੰਘ ਗਈ, ਤੁਹਾਡੀ ਵੀ ਜ਼ਿੰਦਗੀ ਦਾ ਕੋਈ ਫਾਇਦਾ ਨਹੀਂ। ਮਤਲਬ ਕਹਿੰਦਾ ਕਿ ਬੰਦੇ ਨੂੰ ਆਪਣਾ ਕੰਮ ਜਾਪਦਾ ਹੈ। ਹਉਮੈ ਦੇ ਵਿੱਚ ਭੜੇ ਹੋਏ ਨੂੰ ਜਿਹੜਾ ਆਪਣਾ ਕਾਰਜ ਕਰਦਾ ਉਹ ਕਹਿੰਦਾ ਮੇਰਾ ਹੀ ਵਧੀਆ ਹੈ, ਬਾਕੀ ਹੋਰ ਕੋਈ ਵਧੀਆ ਨਹੀਂ ਕਰ ਸਕਦਾ। ਉਹ ਆਪਣੇ ਹਉਮੈ ਦੇ ਵਿੱਚ ਹੁੰਦਾ ਹੈ, ਉਹ ਆਪਣੇ ਅਹੰਕਾਰ ਦੇ ਵਿੱਚ ਹੁੰਦਾ ਹੈ। ਸੋ ਗੁਰੂ ਸਾਹਿਬ ਕਹਿੰਦੇ ਜਿਹੜਾ ਹਉਮੈ ਦੇ ਵਿੱਚ ਫਸਿਆ ਹੋਇਆ ਹੈ ਉਹ ਖੱਪ ਕੇ ਹੀ ਆਪਣੀ ਦਿਨ ਰਾਤ ਜਲ ਕੇ ਹੀ ਆਪਣੀ ਜਿਹੜੀ ਆਰਜਾ ਬਤੀਤ ਕਰਦਾ ਹੈ। ਅੰਤਰ ਲੋਭ ਮਹਾ ਗੁਬਾਰਾ ਤਿਨ ਕੈ ਨਿਕਟ ਨਾ ਕੋਈ ਜਾਹੇ। ਕੁਝ ਬੰਦਿਆਂ ਦਾ ਔਰਾ ਇਹੋ ਜਿਹਾ ਹੁੰਦਾ ਹੈ ਕਿ ਜਿਨ੍ਹਾਂ ਦੇ ਲਾਗੇ ਬਹਿਣ ਨੂੰ ਬੜਾ ਜੀਅ ਕਰਦਾ ਹੈ। ਕਿਉਂ? ਬੰਦਾ ਦੁਖੀ ਹੋਏ ਤੇ ਮਨ ਦੇ ਵਿੱਚ ਉਸੇ ਬੰਦੇ ਦਾ ਖਿਆਲ ਆਏਗਾ ਵੀ ਜਿਹਦੇ ਲਾਗੇ ਜਾ ਕੇ ਆਨੰਦ ਆਏ। ਮੰਨ ਲਓ ਤੁਸੀਂ ਦੁਖੀ ਹੋ ਤੇ ਤੁਹਾਨੂੰ ਜਿਹੜੇ ਬੰਦੇ ਦਾ ਸਭ ਤੋਂ ਪਹਿਲਾਂ ਖਿਆਲ ਆਇਆ ਵੀ ਨਹੀਂ ਮੈਂ ਉਹਦੇ ਕੋਲੋਂ ਜਾ ਕੇ ਬੈਠਾਂ, ਤੇ ਇਹ ਸੋਚੋ ਵੀ ਉਹਦਾ ਖਿਆਲ ਕਿਉਂ ਆਇਆ। ਖਿਆਲ ਇਸ ਕਰਕੇ ਆਇਆ ਕਿ ਉਹਦੇ ਸ਼ੁਭ ਗੁਣ ਹੋਣਗੇ, ਉਹਦੇ ਕੋਲੋਂ ਇਦਾਂ ਦੇ ਬੋਲ ਹੋਣਗੇ ਜਿਹੜੇ ਤੁਹਾਡੀ ਸਮੱਸਿਆ ਨੂੰ ਦੂਰ ਕਰ ਸਕਦਾ ਹੋਵੇਗਾ, ਉਹਦੇ ਕੋਲੋਂ ਇਦਾਂ ਦਾ ਦਿਲ ਹੋਏਗਾ ਜਿਹੜੀ ਤੁਹਾਡੀ ਸਮੱਸਿਆ ਨੂੰ ਬੜੇ ਪਿਆਰ ਦੇ ਨਾਲ ਸਮਝ ਸਕਦਾ ਹੋਵੇਗਾ। ਇਸ ਕਰਕੇ ਤੁਸੀਂ ਉਹਦੇ ਕੋਲੋਂ ਜਾਓਗੇ ਨਾ, ਕਿਉਂਕਿ ਉਹਦੇ ਕੋਲ ਗੁਣ ਹੁੰਦੇ ਆ, ਸ਼ੁਭ ਗੁਣ ਹੁੰਦੇ ਆ। ਚੰਗੇ ਇਨਸਾਨ ਦੇ ਕੋਲੋਂ ਹਰ ਕੋਈ ਬਹਿਣਾ ਜਿਹੜਾ ਉਹ ਪਸੰਦ ਕਰਦਾ ਹੈ, ਹਰ ਕੋਈ ਉਹਦੀ ਸੰਗਤ ਨੂੰ ਮੰਨਣਾ ਪਸੰਦ ਕਰਦਾ ਹੈ। ਭਾਈ ਨੰਦ ਲਾਲ ਸਾਹਿਬ ਨੂੰ ਪੜ੍ਹੋ। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਹਰ ਕੁਜ਼ਾ ਦੀ ਦੇਮ ਅਨਵਾਰੇ ਖੁਦਾ। ਹਰ ਕੁਜ਼ਾ ਦੀ ਦੇਮ, ਹਰ ਕੁਜ਼ਾ ਦਾ ਭਾਵ ਹਰ ਪਾਸੇ, ਦੀ ਦੇਮ ਦਾ ਭਾਵ ਹੈ ਦਿਖਦਾ ਹੈ। ਹਰ ਕੁਜ਼ਾ ਦੀ ਦੇਮ ਅਨਵਾਰੇ ਖੁਦਾ। ਹੁਣ ਮੈਨੂੰ ਹਰ ਪਾਸੇ ਪਰਮਾਤਮਾ ਦਾ ਹੀ ਜਲਾਓ ਨਜ਼ਰ ਆਉਂਦਾ ਹੈ, ਪਰਮਾਤਮਾ ਦੀ ਹੀ ਬਖਸ਼ਿਸ਼ ਨਜ਼ਰ ਆਉਂਦੀ ਹੈ, ਪਰਮਾਤਮਾ ਦਾ ਹੀ ਖੇੜਾ ਨਜ਼ਰ ਆਉਂਦਾ ਹੈ। ਕਿਉਂ? ਬਸ ਕੇ ਅੱਜ ਸੁਹਬਤੇ ਬਜ਼ੁਰਗਾਂ ਸ਼ੁੱਧ ਜਜ਼ਬ। ਕਹਿੰਦੇ ਕੇਵਲ ਮੈਂ ਕੰਮ ਇੱਦਾਂ ਕੀਤਾ ਜਿਹੜੇ ਚੰਗੇ ਲੋਕ ਨੇ ਨਾ, ਬਜ਼ੁਰਗ। ਇੱਥੇ ਬਜ਼ੁਰਗ ਦਾ ਅਰਥ ਸੁਪੇਦ ਵਾਲਾਂ ਦੇ ਨਾਲ ਨਹੀਂ, ਇੱਥੇ ਬਜ਼ੁਰਗ ਦਾ ਅਰਥ ਲੰਬੀ ਆਰਜ਼ਾ ਦੇ ਨਾਲ ਨਹੀਂ, ਇੱਥੇ ਬਜ਼ੁਰਗ ਦਾ ਅਰਥ ਤਵਚਾ ਦੇ ਉੱਪਰ ਪਈਆਂ ਹੋਈਆਂ ਝੁਰੜੀਆਂ ਦੇ ਨਾਲ ਨਹੀਂ। ਇੱਥੇ ਬਜ਼ੁਰਗ ਦਾ ਅਰਥ ਇਹ ਹੈ ਜਿਹੜਾ ਅੰਦਰੋਂ ਗੁਲਾਬ ਵਾਂਗੂ ਖਿੜਿਆ ਹੋਇਆ ਹੈ, ਜਿਹਦੇ ਅੰਦਰ ਬੜਾ ਖੇੜਾ ਹੈ, ਜਿਹਦੇ ਅੰਦਰ ਬੰਦਗੀ ਹੈ, ਜਿਹਦੇ ਲਾਗੇ ਬਹਿ ਕੇ ਤੁਹਾਨੂੰ ਇੰਨੀ ਕਮਾਲ ਦੀ ਛੋਹ ਆਉਂਦੀ ਹੈ ਨਾ ਜਿਹਦੇ ਬਾਰੇ ਤੁਸੀਂ ਬਿਆਨ ਨਹੀਂ ਕਰ ਸਕਦੇ, ਜਿਹਦੀ ਛੋਹ ਤੁਹਾਨੂੰ ਠੰਡ ਦੇ ਜਾਂਦੀ ਹੈ, ਜਿਹਦੀ ਛੋਹ ਤੁਹਾਡੀ ਰੂਹ ਨੂੰ ਸ਼ਰਸ਼ਾਰ ਕਰ ਜਾਂਦੀ ਹੈ, ਜਿਹਦੀ ਛੋਹ ਤੁਹਾਡੇ ਅੰਦਰ ਬੰਦਗੀ ਦਾ ਝਰਨਾ ਚਲਾ ਦਿੰਦੀ ਹੈ, ਜਿਹਦੀ ਛੋਹ ਤੁਹਾਡੇ ਅੰਦਰ ਵਾਹਿਗੁਰੂ ਦੀ ਧੁਨੀ ਛੋੜ ਦਿੰਦੀ ਹੈ। ਉਹ ਭਾਈ ਸਾਹਿਬ ਜੀ ਕਹਿੰਦੇ ਬਜ਼ੁਰਗਾਂ ਸ਼ੁੱਧ ਜਜ਼ਬ। ਕਹਿੰਦੇ ਮੈਂ ਉਹਨਾਂ ਬਜ਼ੁਰਗਾਂ ਦੀ ਸੰਗਤ ਨੂੰ ਆਪਣੇ ਅੰਦਰ ਜਜ਼ਬ ਕਰ ਲਿਆ, ਉਹਨਾਂ ਬਜ਼ੁਰਗਾਂ ਦੀ ਸੰਗਤ ਨੂੰ ਆਪਣੇ ਅੰਦਰ ਸਮਾ ਲਿਆ। ਇਸ ਕਰਕੇ ਮੈਨੂੰ ਹੁਣ ਹਰ ਪਾਸੇ ਖੁਦਾ ਦਾ ਹੀ ਦੀਦਾਰ ਨਜ਼ਰ ਆਉਂਦਾ ਹੈ। ਇਸ ਕਰਕੇ ਹੁਣ ਮੈਨੂੰ ਹਰ ਪਾਸੇ ਖੁਦਾ ਹੀ ਨਜ਼ਰ ਆਉਂਦਾ ਹੈ। ਸੋ ਮਹਾਰਾਜ ਜੀ ਕਹਿੰਦੇ ਨੇ ਅੰਤਰ ਲੋਭ ਮਹਾ ਗੁਬਾਰ ਤਿੰਨ ਕੈ ਨਿਕਟ ਨਾ ਕੋਈ ਜਾਹੇ। ਕਿ ਜਿਹਦੇ ਅੰਦਰ ਲੋਭ ਹੈ, ਮਹਾ ਗੁਬਾਰ ਹੈ, ਉਹਦੇ ਨਿਕਟ ਕੋਈ ਨਹੀਂ ਜਾਂਦਾ। ਬੰਦਗੀ ਵਾਲਿਆਂ ਦੇ ਨਿਕਟ ਜਿਹੜਾ ਵੀ ਆਉਂਦਾ ਹੈ ਉਹ ਸ਼ਰਸ਼ਾਰ ਹੋ ਜਾਂਦਾ ਹੈ। ਓਏ ਆਪ ਦੁਖੀ ਸੁਖ ਕਬਹੂ ਨਾ ਪਾਵਹਿ ਜਨਮ ਮਰਹਿ ਮਰ ਜਾਹੇ। ਕਹਿੰਦੇ ਉਹ ਆਪ ਵੀ ਦੁਖੀ ਹੁੰਦਾ ਹੈ ਤੇ ਸੁੱਖ ਕਦੀ ਨਹੀਂ ਪ੍ਰਾਪਤ ਕਰਦਾ। ਉਹ ਜਨਮ ਦਾ ਮਰਦਾ ਰਹਿੰਦਾ ਹੈ, ਆਉਂਦਾ ਜਾਂਦਾ ਰਹਿੰਦਾ ਹੈ ਤੇ ਇਹੀ ਚੱਕਰਾਂ ਦੇ ਵਿੱਚ ਜਿਹੜੀ ਆਪਣੀ ਜ਼ਿੰਦਗੀ ਹੈ ਉਹ ਬਤੀਤ ਕਰ ਜਾਂਦਾ ਹੈ। ਜਿਹੜਾ ਮਨਮੁਖ ਹੁੰਦਾ ਹੈ, ਗੁਰੂ ਦੇ ਨਾਲੋਂ ਟੁੱਟਿਆ ਹੁੰਦਾ ਹੈ, ਉਹ ਸੱਚਮੁੱਚ ਅੰਦਰੋਂ ਦੁਖੀ ਹੁੰਦਾ ਹੈ। ਗੁਰੂ ਦੇ ਵਿੱਚ ਸਮਰੱਥਾ ਇੰਨੀ ਹੈ, ਗੁਰੂ ਦੇ ਵਿੱਚ ਤਾਕਤ ਇੰਨੀ ਹੈ ਕਿ ਉਹੀ ਬਖਸ਼ਿਸ਼ ਕਰਦਾ ਹੈ, ਉਹੀ ਆਨੰਦ ਬਖਸ਼ਦਾ। ਮੈਂ ਛੋਟੀ ਜਿਹੀ ਉਦਾਹਰਨ ਤੁਹਾਨੂੰ ਦੇ ਦਿਆਂ। ਇੱਕ ਵਿਦਵਾਨ ਨੇ ਕਿਹਾ, ਉਹ ਕਹਿਣ ਲੱਗਾ ਕਿ ਜਿਵੇਂ ਛੱਪਰ ਬਣਾਉਂਦਿਆਂ ਬੜਾ ਟਾਈਮ ਲੱਗਦਾ, ਕੱਲਾ ਕੱਲਾ ਕਾਨਾ ਇਕੱਠਾ ਕਰਨਾ ਪੈਂਦਾ, ਪਰ ਜਦੋਂ ਅੱਗ ਲੱਗ ਜਾਂਦੀ ਹੈ ਕਹਿੰਦੇ ਛੱਪਰ ਝੱਟ ਸੜ ਕੇ ਸੁਆਹ ਹੋ ਜਾਂਦਾ। ਭਾਈ ਗੁਰਦਾਸ ਜੀ ਦੇ ਬੋਲ ਨੇ। ਕਹਿੰਦੇ ਜਿਵੇਂ ਇੱਕ ਬੱਚਾ ਦਰਿਆ ਦੇ ਕੋਲ ਬੈਠਾ, ਦਰਿਆ ਦੇ ਕੋਲ ਬੈਠਾ ਰੇਤ ਦਾ ਘਰ ਬਣਾਉਂਦਾ, ਬੜਾ ਜ਼ੋਰ ਲਾਉਂਦਾ, ਪਰ ਕਹਿੰਦੇ ਜਦੋਂ ਪਾਣੀ ਦੀ ਇੱਕ ਛੱਲ ਆਉਂਦੀ ਹੈ ਉਸੇ ਸਮੇਂ ਉਹਦਾ ਜਿਹੜਾ ਉਹ ਸਭ ਕੁਝ ਖਤਮ ਹੋ ਜਾਂਦਾ। ਕਹਿੰਦੇ ਜਿਵੇਂ ਹਿਰਨ ਚੁੰਗੀਆਂ ਭਰਦੇ ਫਿਰਦੇ ਨੇ, ਵਨਸਪਤੀ ਦੇ ਵਿੱਚ ਨਜ਼ਾਰੇ ਲੈਂਦੇ ਨੇ, ਭੱਜੇ ਫਿਰਦੇ ਨੇ, ਕਦੀ ਪਾਣੀ ਪੀਂਦੇ, ਕਦੀ ਕੰਦ ਮੂਲ ਖਾਂਦੇ, ਕਦੀ ਉਹ ਵਨਸਪਤੀ ਚੁਗਦੇ, ਪਰ ਕਹਿੰਦੇ ਜਦੋਂ ਸ਼ੇਰ ਦੀ ਮਾੜੀ ਜੀ ਦਹਾੜ ਆਉਂਦੀ ਹੈ ਉਹਨਾਂ ਦੇ ਵਿੱਚੋਂ ਲੱਭਦਾ ਕੋਈ ਨਹੀਂ ਕਿੱਧਰ ਗਿਆ। ਕਹਿੰਦੇ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਦੁੱਖ ਹੋਣ,
ਜਿੰਨੇ ਵੀ ਕਸ਼ਟ ਹੋਣ ਕੋਈ ਗੱਲ ਨਹੀਂ, ਜਦੋਂ ਗੁਰੂ ਦੀ ਮਾੜੀ ਜੀ ਕਿਰਪਾ ਹੋ ਜਾਂਦੀ ਹੈ ਸਭ ਫਨਾਹ ਹੋ ਜਾਂਦੇ ਐ, ਸਭ ਦੂਰ ਹੋ ਜਾਂਦੇ ਐ। ਸੋ ਗੁਰੂ ਜਿਹੜਾ ਹੈ ਉਹੀ ਜਨਮ ਮਰਨ ਦੇ ਗੇੜ ਤੋਂ ਦੂਰ ਕਰਦਾ ਹੈ। ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੇ। ਨਾਨਕ ਜੀ ਕਹਿੰਦੇ ਨੇ, ਗੁਰੂ ਰਾਮਦਾਸ ਜੀ ਮਹਾਰਾਜ ਨਾਨਕ ਸ਼ਬਦ ਦੀ ਮੋਹਰ ਲਗਾ ਕੇ ਕਹਿੰਦੇ ਨੇ ਕਿ ਜੇ ਗੁਰੂ ਦੇ ਚਰਨਾਂ ਦੇ ਵਿੱਚ, ਮੁੱਖ ਦੀ ਗੱਲ ਜਿਹੜੀ ਮੈਂ ਬੇਨਤੀ ਤੁਹਾਡੇ ਚਰਨਾਂ 'ਚ ਕੀਤੀ ਹੈ ਕਿ ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਿਰਪਾ, ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਤੇ ਸੱਚੇ ਦੇ ਚਰਨਾਂ ਦੇ ਨਾਲ ਚਿੱਤ ਲੱਗ ਜਾਂਦਾ ਹੈ ਤੇ ਪਰਮਾਤਮਾ ਬਖਸ਼ ਲੈਂਦਾ ਹੈ। ਪੌੜੀ ਸੰਤ ਭਗਤ ਪਰਵਾਨ, ਜੋ ਪ੍ਰਭ ਭਾਇਆ। ਜਿਹੜੇ ਪ੍ਰਭੂ ਨੂੰ ਭਾ ਜਾਂਦੇ ਨੇ ਉਹੀ ਸੰਤ, ਉਹੀ ਭਗਤ ਪ੍ਰਵਾਨ ਹਨ। ਸੇ ਬੇਚਖਣ ਜੰਤ, ਜਿਨੀ ਹਰ ਧਿਆਇਆ। ਉਹੀ ਜੰਤ ਸਿਆਣੇ ਨੇ ਜਿਨ੍ਹਾਂ ਨੇ ਪਰਮਾਤਮਾ ਨੂੰ ਅਰਾਧਿਆ ਹੈ, ਪਰਮਾਤਮਾ ਨੂੰ ਧਿਆਇਆ ਹੈ। ਅੰਮ੍ਰਿਤ ਨਾਮ ਨਿਧਾਨ, ਭੋਜਨ ਖਾਇਆ। ਜਿਨ੍ਹਾਂ ਨੇ ਨਾਮ ਦਾ ਖਜ਼ਾਨਾ ਅੰਮ੍ਰਿਤ ਰੂਪੀ ਭੋਜਨ ਚਖਿਆ ਹੈ। ਸੰਤ ਜਨਾ ਕੀ ਧੂਰ, ਮਸਤਕ ਲਾਇਆ। ਉਹੀ ਪਰਵਾਨ ਨੇ ਜਿਨ੍ਹਾਂ ਨੇ ਸੰਤ ਜਨਾਂ ਦੀ ਧੂਰ ਨੂੰ ਮਸਤਕ ਦੇ ਨਾਲ ਲਾ ਲਿਆ ਹੈ। ਨਾਨਕ ਭਏ ਪੁਨੀਤ, ਹਰ ਤੀਰਥ ਨਾਇਆ। ਨਾਨਕ ਜੀ ਕਹਿੰਦੇ ਨੇ ਉਹ ਪਵਿੱਤਰ ਨੇ, ਉਹ ਪਨੀਤ ਨੇ ਜਿਨ੍ਹਾਂ ਨੇ ਹਰੀ ਦੇ ਨਾਮ ਰੂਪੀ ਤੀਰਥ ਦੇ ਵਿੱਚ ਇਸ਼ਨਾਨ ਕਰ ਲਿਆ ਹੈ। ਇੱਕ ਬੇਨਤੀ ਛੋਟੀ ਜੀ ਕਰਵਾਂ ਸਤ ਸੰਗਤ ਜੀ, ਜੋਤੀ ਰਾਓ ਫੂਲੇ ਜੀ ਦੀ ਇੱਕ 2-3 ਮਿੰਟ ਦੀ ਬੇਨਤੀ ਹੈ। ਜੋਤੀ ਰਾਓ ਫੂਲੇ ਜੀ ਦੀ ਇੱਕ ਕਿਤਾਬ ਹੈ ਗੁਲਾਮਗਿਰੀ। ਉਹ ਗੁਲਾਮਗਿਰੀ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਕੋਈ ਵੀ ਕੌਮ ਜਿਹੜੀ ਹੈ, ਇਹ ਕੌਮ ਦੇ ਨਾਲ ਸੰਬੰਧਿਤ ਮੈਂ ਗੱਲ ਕਰਨ ਲੱਗਿਆ, ਸਾਡੇ ਵਿਸ਼ੇ ਤੋਂ ਅਲੱਗ ਹੈ। ਕੋਈ ਵੀ ਕੌਮ ਦੇ ਕੋਲੋਂ ਇਹ 5 ਬਲ ਜਦੋਂ ਖੋਹ ਲਏ ਜਾਂਦੇ ਆ ਤੇ ਉਹ ਕੌਮ ਖਤਮ ਹੋ ਜਾਂਦੀ ਹੈ, ਫਨਾਹ ਹੋ ਜਾਂਦੀ ਹੈ। ਪਹਿਲਾ ਜੀ ਧਨ ਬਲ, ਬਾਹੂ ਬਲ, ਸੰਸਕ੍ਰਿਤਿਕ ਬਲ, ਮਨੋਬਲ। ਇਹ ਜਿਹੜੇ 5 ਬਲ ਨੇ ਨਾ, ਇਹ ਜਦੋਂ ਖੋਏ ਜਾਣ, ਧਨ ਬਲ ਉਸ ਕੌਮ ਦੇ ਜਿਹੜੇ ਆਰਥਿਕ ਖਜ਼ਾਨੇ ਨੇ, ਵਸੀਲੇ ਨੇ, ਉਹਨਾਂ ਨੂੰ ਲੁੱਟ ਲਿਆ ਜਾਏ, ਬੇਰੁਜ਼ਗਾਰੀ ਦੀ ਭਰਮਾਰ ਕਰ ਦਿੱਤੀ ਜਾਏ। ਬਾਹੂਬਲ ਉਹ ਕੌਮ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਲਗਾਤਾਰ ਭੰਡਿਆ ਜਾਏ, ਉਹਨਾਂ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ। ਸੰਸਕ੍ਰਿਤਿਕ ਬਲ ਕਿ ਜਦੋਂ ਉਹਦੀ ਜਿਹੜੀ ਭਾਸ਼ਾ ਹੈ, ਉਹਦੇ ਜਿਹੜਾ ਸੱਭਿਆਚਾਰ ਆ, ਉਹਦਾ ਜਿਹੜਾ ਕਲਚਰ ਹੈ, ਉਹਦੇ ਜਿਹੜੇ ਰਿਵਾਜ ਨੇ, ਉਹਨਾਂ ਨੂੰ ਖਤਮ ਕੀਤਾ ਜਾਏ। ਤੇ ਅੱਗੇ ਕਹਿੰਦੇ ਨੇ ਜੀ ਮਨੋਬਲ। ਮਨੋਬਲ ਉਹ ਕਿ ਉਹਨਾਂ ਦੇ ਵਿੱਚ ਕਰਮਕਾਂਡ ਭਰ ਦਿਓ, ਉਹਨਾਂ ਦੇ ਵਿੱਚ ਵਹਿਮ ਭਰਮ ਭਰ ਦਿਓ, ਉਹਨਾਂ ਦੇ ਵਿੱਚ ਆਪਣਿਆਂ ਦੇ ਹੀ ਪ੍ਰਤੀ ਈਰਖਾ ਦਵੈਸ਼ ਭਰ ਦਿਓ। ਜਦੋਂ ਇਹ ਕੌਮ ਦੇ ਵਿੱਚ ਇਹ ਚੀਜ਼ਾਂ ਆ ਜਾਂਦੀਆਂ ਉਹ ਖਤਮ ਹੋ ਜਾਂਦੀਆਂ। ਗੁਲਾਮਗਿਰੀ ਕਿਤਾਬ ਦੇ ਵਿੱਚ ਉਹਨਾਂ ਨੇ ਲਿਖਿਆ। ਸੋ ਅਸੀਂ ਕਿਰਪਾ ਕਰਨੀ ਹੈ ਸਾਧ ਸੰਗਤ ਜੀ, ਆਪਣੀ ਕੌਮ ਦੇ ਉੱਪਰ, ਆਪਣੀਆਂ ਸੰਸਥਾਵਾਂ ਦੇ ਉੱਪਰ ਵਿਸ਼ਵਾਸ ਬਹਾਲੀ ਕਰਨੀ ਹੈ। ਔਰ ਸੰਸਥਾਵਾਂ ਨੂੰ ਵੀ ਹੁਣ ਇਹ ਸਮੇਂ ਦੇ ਵਿੱਚ ਸੋਚਣਾ ਪਵੇਗਾ ਕਿ ਇਸ ਵਿਸ਼ਵਾਸ ਬਹਾਲੀ ਦੇ ਲਈ, ਸੰਗਤ ਦੀ ਬਖਸ਼ਿਸ਼ ਪ੍ਰਾਪਤ ਕਰਨ ਦੇ ਲਈ ਆਪਣੇ ਵਿੱਚ ਸੁਧਾਰ ਲਿਆਉਣੇ ਪੈਣਗੇ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਵੱਲੋਂ ਨਗਰਾਂ ਦੇ ਵਿੱਚ ਦਸਤਾਰਾਂ ਦੇ ਕੈਂਪ ਲਗਾਏ ਜਾ ਰਹੇ ਸਾਧ ਸੰਗਤ ਜੀ। ਨਗਰਾਂ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਸਾਧ ਸੰਗਤ ਜੀ। ਜਿਸ ਵੀ ਨਗਰ ਦੇ ਵਿੱਚ ਤੁਹਾਨੂੰ ਲੱਗਦਾ ਕਿ ਇੱਥੇ ਜ਼ਰੂਰਤ ਹੈ, ਤੁਸੀਂ ਧਰਮ ਪ੍ਰਚਾਰ ਕਮੇਟੀ ਨਾਲ ਸੰਪਰਕ ਕਰਕੇ ਉੱਥੇ ਪ੍ਰਚਾਰਕ ਸਾਹਿਬਾਨ, ਕਵੀਸ਼ਰ ਸਾਹਿਬਾਨ, ਢਾਡੀ ਸਾਹਿਬਾਨ ਨੂੰ ਬੁਲਾ ਕੇ ਆਪਣੇ ਨਗਰ ਦੇ ਵਿੱਚ ਇਹ ਜਿਹੜੀਆਂ ਸੇਵਾਵਾਂ ਨੇ ਇਹ ਤੁਸੀਂ ਹਾਸਲ ਕਰ ਸਕਦੇ ਹੋ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਉਚੇਚੇ ਤੌਰ 'ਤੇ ਆਪ ਸਮੁੱਚੀ ਸੰਗਤ ਦਾ। ਆਪ ਜੀ ਨੇ ਅਸੀਸਾਂ ਬਖਸ਼ੀਆਂ ਕਿ ਦਾਸ ਨੂੰ ਇਸ ਦੇ ਯੋਗ ਸਮਝਿਆ, ਆਪ ਜੀ ਦੇ ਦਰਸ਼ਨ ਕਰ ਸਕਾਂ। ਔਰ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ ਮੇਰੇ ਬੇਹੱਦ ਅਜ਼ੀਜ਼, ਬੜਾ ਹੀ ਪਿਆਰ ਬਖਸ਼ਣ ਵਾਲੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ। ਸੋ ਬੋਲਦਿਆਂ ਦਾਸ ਦੇ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਤੇ ਤਰੁੱਟੀਆਂ ਹੋ ਗਈਆਂ ਨੇ। ਗੁਰੂ ਸਾਹਿਬ ਤੇ ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਆਓ ਆਖਰੀ 2 ਪੰਕਤੀਆਂ ਦਾ ਪਾਠ ਕਰਕੇ ਸਮਾਪਤੀ ਕਰੀਏ ਜੀ। ਸੰਤ ਜਨਾ ਕੀ ਧੂਰ, ਮਸਤਕ ਲਾਇਆ। ਨਾਨਕ ਭਏ ਪੁਨੀਤ, ਹਰ ਤੀਰਥ ਨਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।